ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਪਵਿੱਤਰ ਬਾਣੀ ਨੂੰ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕਰ ਰਹੇ ਹੈ। ਕੱਲ ਆਪਾਂ ਉਥਾਨਕਾ ਦਾ ਵਿਸਥਾਰ ਸਰਵਣ ਕੀਤਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਕਲਯੁਗੀ ਜੀਆਂ ਤੇ ਵੱਡਾ ਉਪਕਾਰ ਕੀਤਾ ਏ। ਕੋਈ ਵਿਹਾਰਾਂ ਵਿੱਚ ਖੱਚਤ ਮਨੁੱਖ ਵੀ ਜਦੋਂ ਇਸ ਬਾਣੀ ਨੂੰ ਪੜ੍ਹਦਾ ਏ ਉਹਨੂੰ ਪੜ੍ਹਨ ਮਾਤਰ ਸੇ ਸਾਧ ਸੰਗਤ ਜੀ ਸਕੂਨ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਖਿੰਡਿਆ ਹੋਇਆ ਮਨ ਟਿਕ ਜਾਂਦਾ ਏ, ਸੁੱਖ ਪ੍ਰਤੀਤ ਹੁੰਦਾ ਹੈ। ਗੁਰਸਿੱਖ ਵਿਹਾਰਾਂ ਨੂੰ ਕਰਦੇ, ਰੋਜ਼ ਇਸ ਬਾਣੀ ਦਾ ਨਿਤਨੇਮ ਕਰਦੇ ਹੈ। ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਰਹਿਮਤ ਕੀਤੀ। ਕੱਲ ਦੇ ਕਥਾ ਦੇ ਦੀਵਾਨ ਵਿੱਚ ਪ੍ਰਾਰੰਭਤਾ ਹੋਈ ਸੀ ਸੱਚੇ ਪਾਤਸ਼ਾਹ ਜੀ ਦੀ ਇਸ ਮਹਾਨ ਪਵਿੱਤਰ ਬਾਣੀ ਦੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗੌੜੀ ਰਾਗਣੀ ਦੇ ਅੰਦਰ ਇਸ ਪਵਿੱਤਰ ਬਾਣੀ ਦਾ ਉਚਾਰਨ ਕਰ ਰਹੇ ਹੈ। ਸੁੱਖਾਂ ਨੂੰ ਦੇਣ ਵਾਲੀ ਸਤਿਗੁਰਾਂ ਜੀ ਦੀ ਇਹ ਪਵਿੱਤਰ ਬਾਣੀ ਹੈ। ਸ਼੍ਰੋਮਣੀ ਸੁੱਖ ਨੂੰ ਦੇਣ ਵਾਲੀ ਹੈ। ਜਿਵੇਂ ਰਸਤੇ ਵਿੱਚ ਆਪਾਂ ਕੋਈ ਭੋਜਨ ਪਦਾਰਥ ਲੈ ਕੇ ਤੁਰਦੇ ਹਾਂ ਤੇ ਫਿਰ ਭੁੱਖ ਲੱਗਣ ਤੋਂ ਉਹਦੇ ਨਾਲ ਤ੍ਰਿਪਤੀ ਆ ਜਾਂਦੀ ਹੈ ਛਕ ਕੇ। ਸਤਿਗੁਰੂ ਜੀ ਕਹਿੰਦੇ ਪ੍ਰਲੋਕ ਦਾ ਤੋਸਾ ਏ। ਇਹ ਪ੍ਰਲੋਕ ਦਾ ਜਿਹੜਾ ਨਾ ਮੰਨੀ ਪ੍ਰਸ਼ਾਦਾ ਏ, ਜਿੱਥੇ ਬਹੁਤ ਔਖਾ ਤੇ ਕਠਿਨ ਰਾਹ ਏ। ਮਹਾਰਾਜ ਸਾਹਿਬ ਹਜੂਰ ਦੂਸਰੀ ਅਸ਼ਟਪਦੀ ਵਿੱਚ ਉਸ ਦਾ ਵਿਸਥਾਰ ਤੇ ਸਾਰਾ ਜ਼ਿਕਰ ਕਰਨਗੇ। ਉੱਥੇ ਫਿਰ ਇਹ ਪੜ੍ਹੀ ਹੋਈ ਬਾਣੀ ਕੰਮ ਆਉਂਦੀ ਹੈ। ਇਹ ਤੋਸੇ ਦੀ ਤਰ੍ਹਾਂ ਕੰਮ ਆਉਂਦੀ ਹੈ। ਜੀਵ ਤ੍ਰਿਪਤ ਹੋ ਜਾਂਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜੀ ਪਵਿੱਤਰ ਬਾਣੀ ਜਿਹਦੇ ਨਾਲ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ, ਇਹੋ ਜੀ ਸੁੰਦਰ ਜਿਹੜੀ ਹੈ ਗੁਣਾਂ ਵਾਲੀ ਮਣੀ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਸਲੋਕ ਸਲੋਕ ਜੋ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਐਸਾ ਪਵਿੱਤਰ ਸਲੋਕ ਸੱਚੇ ਪਾਤਸ਼ਾਹ ਜੀ ਜਿਹਦੇ ਨਾਲ ਸਵੈ ਲੋਕ ਪ੍ਰਾਪਤ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੈ। ਇਹ ਛੰਦਾਬੰਦੀ ਦੀਆਂ ਸੱਚੇ ਪਾਤਸ਼ਾਹ ਜੀ ਨੇ ਚਾਲਾਂ ਵੀ ਧਰੀਆਂ। ਹਜੂਰ ਨੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਰਲੇਖ ਨਾਲ ਦਿੱਤੇ ਹੈ। ਕਿਉਂ ਸਤਿਗੁਰੂ ਜੀ ਸ਼ਲੋਕ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਦਵੈਤ ਸਰੂਪ ਬ੍ਰਹਮ ਇੱਕ ਹੈ। ਓੰਕਾਰ ਸਭ ਦਾ ਪ੍ਰਕਾਸ਼ਕ ਹੈ, ਸਭ ਦੀ ਉਤਪਤੀ ਕਰਨ ਵਾਲਾ ਹੈ। ਇੱਕ ਤੋਂ ਹੀ ਸਾਰੀ ਕਾਇਨਾਤ ਬਣੀ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਹਿਰਦੇ ਵਿੱਚ ਉਸ ਵਾਹਿਗੁਰੂ ਦਾ ਪ੍ਰਕਾਸ਼ ਹੁੰਦਾ ਏ। ਆਦਿ ਗੁਰ ਏ ਨਮః। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹੈ, ਜੋ ਆਦ ਸਭ ਦਾ ਹੀ ਮੁੱਢ ਸਰੂਪ ਹੈ ਨਿਰੰਕਾਰ ਵਾਹਿਗੁਰੂ। ਜਦੋਂ ਇਹ ਕਾਇਨਾਤ ਨਹੀਂ ਸੀਗੀ, ਉਹ ਆਦਿ ਬ੍ਰਹਮ ਉਦੋਂ ਵੀ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਸ ਗੁਰੂ ਚੇਤਨ ਨੂੰ ਸਾਡੀ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਉਹਦੇ ਤਾਈਂ ਸਾਡੀ ਨਮਸਕਾਰ ਹੈ। ਜੁਗਾਦ ਗੁਰ ਏ ਨਮః। ਤੇ ਜੁਗਾਂ ਦੇ ਆਦ ਵਿੱਚ ਜਿਸ ਦੀ ਸੱਤਾ ਕਰਕੇ ਸਭ ਕੁਝ ਅਸਥਿਤ ਸੀਗਾ, ਜੋ ਸਭ ਦੇ ਅੰਦਰ ਹੈਤਾ ਰੂਪ ਹੈ ਪਰਮੇਸ਼ਰ ਵਾਹਿਗੁਰੂ, ਜਦੋਂ ਕਾਇਨਾਤ ਸਿਰਜ ਦਿੱਤੀ ਅਜੇ ਜੁਗਾਂ ਦੀ ਮਰਿਆਦਾ ਨਹੀਂ ਸੀ ਥਾਪੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਦੋਂ ਵੀ ਜਿਹੜਾ ਵਾਹਿਗੁਰੂ ਸਦਾ ਹੀ ਰਹਿਣ ਵਾਲਾ ਏ, ਉਸ ਵਾਹਿਗੁਰੂ ਦੇ ਤਾਈਂ ਜੋ ਪੂਜਨੀਕ ਹੈ, ਸਾਡੀ ਨਮਸਕਾਰ ਹੈ ਉਸ ਚੇਤਨ ਬ੍ਰਹਮ ਨੂੰ। ਸਤਿਗੁਰ ਏ ਨਮః। ਜੋ ਪ੍ਰਕਾਸ਼ ਸਰੂਪ ਹੈ ਵਾਹਿਗੁਰੂ, ਚੇਤਨ ਸਰੂਪ ਹੈ ਬ੍ਰਹਮ, ਉਹ ਤਰਈ ਕਾਲ ਆਬਾਦ ਸਤ ਹੈ। ਸਤਿਗੁਰ ਏ ਨਮః। ਐਸੇ ਸਤ ਸਰੂਪ ਵਾਹਿਗੁਰੂ ਨੂੰ
ਜੋ ਸਭ ਦੇ ਅੰਦਰ ਹੀ ਪ੍ਰਕਾਸ਼ ਭਰਨ ਵਾਲਾ ਹੈ, ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਰੌਸ਼ਨੀ ਬਖਸ਼ਿਸ਼ ਕਰਨ ਵਾਲਾ ਹੈ, ਐਸੇ ਸਤ ਸਰੂਪ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ। ਸ੍ਰੀ ਗੁਰਦੇਵ ਏ ਨਮః। ਤੇ ਸ਼੍ਰੀ ਜੋ ਸਭ ਦਾ ਸ਼੍ਰੋਮਣੀ ਹੈ, ਸ਼੍ਰੀ ਜੋ ਲక్ష్ਮੀ ਨੂੰ ਆਪਣੇ ਆਸਰੇ ਤੇ ਧਾਰਨ ਕਰਨ ਵਾਲਾ ਹੈ, ਗੁਰ ਕਹੀਏ ਚੇਤਨਮੈ, ਦੇਵ ਕਹੀਏ ਪ੍ਰਕਾਸ਼ ਰੂਪ ਹੈ, ਐਸੇ ਪ੍ਰਕਾਸ਼ ਸਰੂਪ ਚੇਤਨ ਬ੍ਰਹਮ ਨੂੰ ਸਾਡੀ ਨਮਸਕਾਰ ਹੈ। ਅਸ਼ਟਪਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇਹ ਗਰੀਬ ਨਵਾਜ ਜੀ ਅਸ਼ਟਪਦੀ ਉਚਾਰਨ ਕਰਦੇ ਆ। ਇਹਨਾਂ ਉਚਾਰਨ ਨੂੰ ਅਸ਼ਟਾਪਦੀ ਨਹੀਂ ਕਹੀਦਾ, ਕੰਨਾਂ ਲੱਗ ਜਾਂਦਾ ਹੈ। ਤੋ ਆਪਣੀ ਮਰਜ਼ੀ ਨਾਲ ਆਪਾਂ ਉਚਾਰਨ ਨਹੀਂ ਕਰ ਸਕਦੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਵੇਂ ਸਤਿਗੁਰਾਂ ਜੀ ਨੇ ਬਾਣੀ ਦੇ ਪਵਿੱਤਰ ਸੋਮੇ ਨੂੰ ਹਜੂਰ ਨੇ ਪ੍ਰਗਟ ਕੀਤਾ, ਫਿਰ ਮਹਾਰਾਜ ਇਹਦੇ ਉਚਾਰਨ ਦਾ ਸੁੱਧ ਜਿਹੜਾ ਸੀ ਉਹਦੇ ਲਈ ਸਿੱਖਿਆ ਦੇਣ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਵਿਦਿਆ ਪੜ੍ਹਾਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਫਿਰ ਟਕਸਾਲਾਂ ਚਲਾਈਆਂ ਸੱਚੇ ਪਾਤਸ਼ਾਹ ਨੇ। ਇਸ ਕਰਕੇ ਆਪਣੀ ਮਨ ਮਰਜ਼ੀ ਨਹੀਂ ਵਰਤਣੀ ਚਾਹੀਦੀ। ਅਸ਼ਟ ਤੋਂ ਭਾਵ ਹੈ 8 ਤੇ ਪਦੀ ਤੋਂ ਭਾਵ ਹੈ ਪੌੜੀਆਂ। 8 ਹਿੱਸੇ ਨੇ, 8 ਪੌੜੀਆਂ ਹਨ। ਇੱਕ ਇੱਕ ਪੌੜੀ ਵਿੱਚ 10-10 ਪੰਕਤੀਆਂ ਆਉਣਗੀਆਂ ਸਾਧ ਸੰਗਤ ਜੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਉਂ 8 ਜਿਹੜੀਆਂ ਨਾ ਪੌੜੀਆਂ ਇਹ ਉਚਾਰਨ ਕੀਤੀਆਂ। ਇਸ ਕਰਕੇ 8 ਹਿੱਸੇ ਹੋਣ ਕਰਕੇ ਅਸ਼ਟਪਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ। ਇਉਂ ਸੱਚੇ ਪਾਤਸ਼ਾਹ ਜੀ ਹੁਣ ਅਸ਼ਟਪਦੀਆਂ ਵਾਲੀ ਜਿਹੜੀ ਏ 8 ਪੌੜੀਆਂ ਵਾਲੀ ਸੱਚੇ ਪਾਤਸ਼ਾਹ ਜੀ ਇਹ ਪਵਿੱਤਰ ਅਸ਼ਟਪਦੀ ਉਚਾਰਨ ਕਰਦੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਪਹਿਲੀ ਪੌੜੀ ਵਿੱਚ ਸੱਚੇ ਪਾਤਸ਼ਾਹ ਜੀ ਸਿਮਰਨ ਕਰਨ ਦਾ ਹੁਕਮ ਦਿੰਦੇ ਆ ਸੱਚੇ ਪਾਤਸ਼ਾਹ। ਫਿਰ ਮਹਾਰਾਜ ਅਗਲੀਆਂ 7 ਪੌੜੀਆਂ ਵਿੱਚ ਮਹਾਰਾਜ ਸਿਮਰਨ ਦੇ ਕਰਨ ਦਾ ਫਲ ਹਜੂਰ ਸੱਚੇ ਪਾਤਸ਼ਾਹ ਜੀ ਦੱਸਣਗੇ। ਮਹਾਰਾਜ ਜੀ ਆਗਿਆ ਕਰਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ। ਵਾਹਿਗੁਰੂ ਜੀ ਦੇ ਨਾਮ ਨੂੰ ਸੱਚੇ ਪਾਤਸ਼ਾਹ ਆਗਿਆ ਕਰਦੇ ਆ ਸਿਮਰੋ। ਮਹਾਰਾਜ ਜੀ ਕਿਵੇਂ ਸਿਮਰੀਦਾ? ਫਿਰ ਅਭਿਆਸ ਕਰਨ ਦੀ ਜਾਚ ਦੱਸਦੇ ਆ। ਸਿਮਰ ਸਿਮਰ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ। ਸਿਮਰਨ ਕਿਵੇਂ ਹੁੰਦਾ ਹੈ? ਜੋ ਬਾਰ-ਬਾਰ ਮੰਤਰ ਦਾ ਅਭਿਆਸ ਕਰਨਾ। ਫਿਰ ਸਾਧ ਸੰਗਤ ਜੀ ਸਾਡੀ ਸਿਮਰਤੀ ਹੈ ਜਿਹਦੇ ਵਿੱਚ ਸਾਨੂੰ ਸਦਾ ਹੀ ਉਹ ਚੀਜ਼ਾਂ ਚੇਤੇ ਰਹਿੰਦੀਆਂ ਜਿਨ੍ਹਾਂ ਨਾਲ ਮਨ ਦਾ ਬਹੁਤ ਲਗਾਵ ਹੁੰਦਾ। ਬਿਨਾਂ ਹੀ ਚੇਤੇ ਕਰਨ ਤੋਂ ਤਾਂ ਵੀ ਸਿਮਰਤੀ ਵਿੱਚ ਵਸੀਆਂ ਰਹਿੰਦੀਆਂ ਹਨ। ਤੇ ਮਨ ਦਾ ਜਿਹੜਾ ਸੁਭਾਅ ਹੈ ਉਹ ਸੰਸਾਰ ਵਿੱਚ ਲੱਗਾ ਹੋਇਆ ਹੈ ਤੇ ਮਨ ਦੇ ਅੰਦਰ ਮਮਤਾ ਵਸੀ ਹੋਈ ਹੈ ਪਦਾਰਥਾਂ ਦੀ, ਪਰਿਵਾਰ ਦੇ ਸ਼ਰੀਰਾਂ ਦਾ ਮੋਹ ਵਸਿਆ ਹੋਇਆ ਹੈ। ਬਿਨਾਂ ਹੀ ਚੇਤੇ ਕੀਤੇ ਤੋਂ ਇਹ ਸਾਰੀਆਂ ਚੀਜ਼ਾਂ ਸਿਮਰਤੀ ਵਿੱਚ ਰਹਿੰਦੀਆਂ ਕਿਉਂਕਿ ਮਨ ਦਾ ਪ੍ਰੇਮ ਉੱਥੇ ਲੱਗਾ ਹੋਇਆ ਹੈ, ਮਨ ਦਾ ਲਗਾਵ ਹੈ ਉੱਥੇ। ਇਸ ਕਰਕੇ ਇਹ ਚੀਜ਼ਾਂ ਵਿਸਰਦੀਆਂ ਨਹੀਂ। ਸਤਿਗੁਰੂ ਜੀ ਕਹਿੰਦੇ ਆ ਜਦੋਂ ਭਾਈ ਬਾਰ-ਬਾਰ ਮੁਖ ਤੋਂ ਸਿਮਰਨ ਕਰੋਗੇ ਵਾਹਿਗੁਰੂ ਨਾਲ ਪਿਆਰ ਲੱਗੇਗਾ। ਜਦੋਂ ਵਾਹਿਗੁਰੂ ਨਾਲ ਪਿਆਰ ਲੱਗੇਗਾ ਫਿਰ ਪਿਆਰੀ ਲੱਗਣ ਵਾਲੀ ਚੀਜ਼ ਸਿਮਰਤੀ ਵਿੱਚ ਵਸ ਜਾਂਦੀ ਹੈ, ਚੇਤੇ ਵਿੱਚ ਵਸ ਜਾਂਦੀ ਹੈ। ਇਸ ਕਰਕੇ ਮਹਾਰਾਜ ਪਹਿਲਾਂ ਹੁਕਮ ਕੀਤਾ ਸਿਮਰੋ, ਫਿਰ ਅਭਿਆਸ ਦੱਸਿਆ ਸਿਮਰ ਸਿਮਰ ਬਾਰ-ਬਾਰ ਸਿਮਰੋ, ਬਾਰ-ਬਾਰ ਚੇਤੇ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸਿਮਰਨਾ ਹੈ ਆਪਣੀ ਰਸਨਾ ਤੋਂ। ਤੇ ਸਾਧ ਸੰਗਤ ਜੀ ਭਗਤਾਂ ਨੇ ਕਿਹਾ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਵਿਸਰਾਮ। ਕਹਿੰਦੇ ਨੇ ਕਬੀਰ ਜੀ ਨੂੰ ਜਦੋਂ ਮਾਲਾ ਦੇਣ ਵਾਸਤੇ ਆਏ ਸੀ ਨਾ ਬ੍ਰਾਹਮਣ, ਕਹਿੰਦੇ ਲੈ ਕਬੀਰ ਤੂੰ ਸਾਥੋਂ ਮਾਲਾ ਲੈ ਲੈ ਤੇ ਭਜਨ ਕਰਿਆ ਕਰ। ਉਦੋਂ ਰਵਾਇਤ ਸੀ ਕਿ ਮਾਲਾ ਦੇਣ ਵਾਲਾ ਗੁਰੂ ਤੇ ਲੈਣ ਵਾਲਾ ਚੇਲਾ ਬਣ ਜਾਂਦਾ ਸੀਗਾ। ਕਬੀਰ ਸਾਹਿਬ ਜੀ ਨੂੰ ਆਪਣਾ ਚੇਲਾ ਬਣਾਉਣਾ ਚਾਹੁੰਦੇ ਸੀ। ਗੱਲ ਆ ਸੀ ਵਿੱਚੋਂ। ਕਬੀਰ ਸਾਹਿਬ ਕਹਿੰਦੇ ਮੈਂ ਭਾਈ ਇਹ ਮਾਲਾ ਕੀ ਕਰਨੀ ਹੈ, ਮੇਰੇ ਕੋਲ ਤਾਂ ਪਹਿਲਾਂ ਹੀ ਮਾਲਾ ਹੈ। ਜੇ ਹਰ ਹਰ ਅੱਖਰ ਇਹ ਦੋਏ ਮਾਲਾ, ਜਪਤ ਜਪਤ ਭਏ ਦੀਨ ਦਿਆਲਾ। ਵਾਹਿਗੁਰੂ ਵਾਹਿਗੁਰੂ ਕਰਨਾ ਇਹੀ ਮਾਲਾ ਹੈ।
ਤੇ ਭਗਤ ਕਬੀਰ ਸਾਹਿਬ ਜੀ ਨੇ ਉਦੋਂ ਕਿਹਾ ਸੀ, ਕਬੀਰ ਮੇਰੀ ਸਿਮਰਨੀ, ਮੇਰੇ ਕੋਲ ਸਿਮਰਨੀ ਹੈ, ਮਾਲਾ ਹੈ, ਉਹ ਕਿਹੜੀ ਹੈ? ਰਸਨਾ ਉੱਪਰ ਰਾਮ। ਰਸਨਾ ਦੇ ਉੱਤੇ ਵਾਹਿਗੁਰੂ ਦਾ ਨਾਮ ਜਿਹੜਾ ਵਸਿਆ ਨਾ, ਰਾਮ ਦਾ ਨਾਮ, ਇਹੀ ਮੇਰੀ ਸਿਮਰਨੀ ਹੈ, ਇਹੀ ਮੇਰੀ ਮਾਲਾ ਹੈ। ਕਬੀਰ ਜੀ ਇਹ ਤੁਸੀਂ ਮਰਿਆਦਾ ਤੋਰੀ ਹੈ? ਕਹਿੰਦੇ ਨਹੀਂ, ਆਦ ਜੁਗਾਦੀ ਸਗਲ ਭਗਤ, ਆਦ ਤੋਂ ਮੁੱਢ ਤੋਂ ਹੀ ਸਤਜੁਗ ਦੇ ਭਗਤ ਜਿਹੜੇ ਹੋਏ ਆ ਨਾ, ਭਗਤ ਪ੍ਰਹਲਾਦ ਜੀ ਆਦਿਕ, ਉਹਨਾਂ ਨੇ ਮਰਿਆਦਾ ਥਾਪੀ ਹੈ। ਉਹ ਵੀ ਇਸ ਤਰ੍ਹਾਂ ਹੀ ਭਜਨ ਕੀਤਾ ਉਹਨਾਂ ਨੇ। ਭਗਤ ਪ੍ਰਹਲਾਦ ਜੀ ਨੇ ਤੇ ਮਾਤਾ ਦੇ ਉਦਰ ਵਿੱਚ ਪਰਾਬਾਣੀ ਦੁਆਰਾ ਹੀ ਮੰਤਰ ਲੈ ਲਿਆ ਸੀਗਾ, ਤੇ ਜਦੋਂ ਜਨਮ ਲਿਆ ਸੀ ਸਾਧੂਆਂ ਦੀ ਸੰਗਤ ਵਿੱਚ, ਭਜਨ ਦੀ ਲਿਵ ਲੱਗ ਗਈ ਸੀਗੀ। ਇਸ ਕਰਕੇ ਸਿਮਰਨ ਇੰਨਾ ਕੁ ਤੀਬਰਤਾ ਨਾਲ ਕਰੀਏ ਕਿ ਰਸਨਾ ਤੋਂ ਸਵਾਸਾਂ ਵਿੱਚ ਉਤਰੇ ਤੇ ਫਿਰ ਬਾਣੀਆਂ ਦੁਆਰਾ ਵਸੇ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਿਮਰਨ ਨੂੰ ਦ੍ਰਿੜ ਕਰੋ, ਸਿਮਰਨ ਨੂੰ ਪਕਾਓ, ਕਿਉਂਕਿ ਜਿਹੜੀ 3 ਵਾਰੀ ਗੱਲ ਕਹੀ ਜਾਵੇ ਨਾ, ਉਹ ਨਿਸ਼ਚੇ ਵਾਚਕ ਹੁੰਦੀ ਹੈ। ਇਸ ਕਰਕੇ ਮਹਾਰਾਜ ਕਿਹਾ, ਸਿਮਰੋ ਸਿਮਰ ਸਿਮਰ, ਬਾਰ-ਬਾਰ ਸਿਮਰ ਸਿਮਰ ਕੇ, ਚੇਤੇ ਕਰਕੇ ਫਿਰ ਭੁੱਲਦਾ ਤੇ ਚੇਤੇ ਜਦੋਂ ਆ ਜੇ ਫਿਰ ਸਿਮਰਨ ਕਰਨ ਲੱਗ ਜਾਓ, ਫਿਰ ਭਜਨ ਕਰਨ ਲੱਗ ਜਾਓ। ਕਈ ਇਉਂ ਕਹਿੰਦੇ ਆ ਜੀ ਸਾਡੇ ਤਾਂ ਕੰਮਕਾਰ ਇਦਾਂ ਦੇ ਆ, ਤੁਸੀਂ ਤਾਂ ਬਾਬਾ ਜੀ ਵਿਹਲੇ ਹੋ, ਤੁਸੀਂ ਜੋ ਕਹਿੰਦੇ ਹੋ ਤੁਸੀਂ ਕਰ ਸਕਦੇ, ਅਸੀਂ ਤਾਂ ਨਹੀਂ ਕਰ ਸਕਦੇ। ਸਾਧ ਸੰਗਤ ਜੀ, ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਗੁਰਮੁਖ ਸਿੱਖਿਆ ਇੱਕ ਬੜੀ ਸੋਹਣੀ ਸਿਮਰਨ ਵਾਸਤੇ ਪੋਥੀ ਲਿਖੀ ਹੈ। ਭਾਈ ਸਾਹਿਬ ਨੇ ਆਖਿਆ ਕਿ ਜੇਕਰ ਕਿ ਮਨੁੱਖ ਦਾ ਮਨ ਹੀ ਨਾ ਮੰਨੇ ਨਾ, ਫਿਰ ਤਾਂ ਉਹ ਵਿਹਲਾ ਵੀ ਬਹਾਨੇ ਲੱਭਦਾ ਰਹਿੰਦਾ, ਤੇ ਜੇਕਰ ਕਿ ਮਨ ਲੱਗੇ, ਚਾਹੇ, ਇੱਛਾ ਕਰੇ, ਤੇ ਫਿਰ ਵਿਹਾਰ ਕਰਦਾ ਵੀ ਭਜਨ ਕਰ ਸਕਦਾ। ਕਹਿੰਦੇ ਦੁਕਾਨਦਾਰ ਹੈ, ਗਾਹਕਾਂ ਨੂੰ ਭੁਗਤਾਉਣ ਵਿੱਚ ਲੱਗਾ ਰਹਿੰਦਾ, ਪਰ ਖਿਆਲ ਕਰ ਲਵੇ ਕਿ ਉਹਨਾਂ ਗਾਹਕਾਂ ਨੂੰ ਭੁਗਤਾਉਣ ਦੇ ਸਮੇਂ ਤਾਂ ਗੱਲਬਾਤ ਕਰਦਾ ਏ, ਪਰ ਜਦੋਂ ਵਿੱਚ ਸਮਾਂ ਲੱਗਦਾ ਉਸ ਵਿਹਲੇ ਸਮੇਂ ਨੂੰ ਭਰਨ ਲੱਗ ਜਾਵੇ, ਭਾਵ ਉਸ ਵਿਹਲੇ ਸਮੇਂ ਨੂੰ ਅਜਾਈ ਨਾ ਜਾਣ ਦੇਵੇ, ਉਦੋਂ ਵਾਹਿਗੁਰੂ ਵਾਹਿਗੁਰੂ ਕਰਿਆ ਕਰੇ। ਹੌਲੀ ਹੌਲੀ ਇਹ ਆਦਤ ਪੱਕਦੀ ਹੈ। ਵਿਹਾਰਾਂ ਨੂੰ ਕਰਨ ਵਾਲੇ ਜਿੱਥੇ ਆਪਣੇ ਸਰੀਰ ਨੂੰ 10 ਨੌਹਾਂ ਦੀ ਕਿਰਤ ਨਾਲ ਸਫਲਾ ਕਰਦੇ ਆ, ਉੱਥੇ ਰਸਨਾ ਨੂੰ ਭਜਨ ਕਰਕੇ ਸਫਲਾ ਕਰਦੇ ਆ। ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਹੈ ਨਾ, ਜਿਹੜਾ ਸੀ ਭਗਤ ਤਰਲੋਚਨ ਜੀ ਨੇ ਇਹ ਵਾਕ ਕਹੇ ਸੀ ਕਿ ਨਾਮਾ ਮਾਇਆ ਮੋਹਿਆ, ਕਹਿ ਤਰਲੋਚਨ ਮੀਤ, ਕਾਹੇ ਛੀਪੋ ਛਾਏ ਲੈ, ਰਾਮ ਨਾ ਲਾਵਹੁ ਚੀਤ, ਨਾਮਾ ਕਹਿ ਤਰਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਾਮ ਸਭ, ਚੀਤ ਨਿਰੰਜਨ ਨਾਲ। ਹਾਥ ਪਾਉ ਕਰ ਕਾਮ ਸਭ, ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰੀਏ ਤੇ ਚੀਤ ਨਿਰੰਜਨ ਨਾਲ, ਚਿੱਤ ਵਾਹਿਗੁਰੂ ਨਾਲ ਜੋੜੀਏ। ਭਗਤ ਨਾਮਦੇਵ ਜੀ ਨੇ ਇਹ ਜਵਾਬ ਦਿੱਤਾ ਸੀ ਜਦੋਂ ਤਰਲੋਚਨ ਜੀ ਨੇ ਕਿਹਾ ਕਿ ਨਾਮਦੇਵ ਤੈਨੂੰ ਤੇ ਮਾਇਆ ਨੇ ਮੋਹ ਲਿਆ ਏ, ਤੂੰ ਫੁੱਲ ਬੂਟੇ ਚਾਦਰਾਂ ਦੇ ਉੱਤੇ ਛਾਪੀ ਜਾਣਾ, ਰਾਮ ਦੇ ਨਾਮ ਨਾਲ ਚਿੱਤ ਨਹੀਂ ਲਾਉਂਦਾ। ਤੇ ਭਗਤ ਨਾਮਦੇਵ ਜੀ ਨੇ ਕਿਹਾ, ਉਹ ਮੈਂ ਕਿਹੜੇ ਫੁੱਲ ਬੂਟੇ ਮੂੰਹ ਨਾਲ ਛਾਪ ਰਿਹਾ, ਹੱਥਾਂ ਨਾਲ ਹੀ ਛਾਪ ਰਿਹਾ ਹਾਂ। ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸਮਾਲ, ਹੱਥਾਂ ਨਾਲ ਕੰਮ ਕਰੀਏ, ਹਾਥ ਪਾਉ ਕਰ ਕਾਮ ਸਭ, ਹੱਥਾਂ ਪੈਰਾਂ ਨਾਲ ਕੰਮ ਕਰੀਏ, ਮੁਖ ਤੋਂ ਰਾਮ ਦੇ ਨਾਮ ਨੂੰ ਸੰਭਾਲੀਏ ਤੇ ਚੀਤ ਨਿਰੰਜਨ ਨਾਲ, ਚਿੱਤ ਜਿਹੜਾ ਹੈ ਉਸ ਸੁੱਧ ਸਰੂਪ ਦੇ ਨਾਲ ਜੋੜ ਲੈਣਾ ਕਰੀਏ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਸਿਮਰਨ ਦੀ ਵਿਧੀ ਦੱਸਦੇ ਐ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ, ਹੁਕਮ ਕੀਤਾ ਹੈ, ਕਿਉਂਕਿ ਇੱਕੋ ਨਾਮ ਹੁਕਮ ਹੈ। ਕੋਈ ਕਹਿੰਦੇ ਹੁਕਮ ਹੋਏਗਾ ਤੇ ਜਪ ਲਾਂਗੇ, ਮਹਾਰਾਜ ਕਹਿੰਦੇ ਤਾਂ ਹੁਕਮ ਹੋਇਆ ਪਿਆ ਪਹਿਲਾਂ ਹੀ। ਇਸ ਕਰਕੇ ਤੂੰ ਨਾਮ ਦੇ ਜਪਣ ਦੀ ਇਹ ਨਾ ਕਿ ਉਡੀਕ ਕਰਕੇ ਤੂੰ ਜਿਵੇਂ ਕੋਈ ਬਹਾਨੇ ਲੱਭਦੇ ਹੁੰਦੇ ਆ ਜੀ, ਹੁਕਮ ਹੋਵੇਗਾ ਤੇ ਅੰਮ੍ਰਿਤ ਛਕ ਲਾਂਗੇ, ਹੁਕਮ ਹੋਵੇਗਾ ਤੇ ਅਸੀਮੀ ਜਪ ਲਾਂਗੇ। ਵਾਹਿਗੁਰੂ ਦਾ ਹੁਕਮ ਹੀ ਲੈ ਕਰਕੇ ਮਨੁੱਖ ਸੰਸਾਰ ਵਿੱਚ ਆਉਂਦਾ ਹੈ। ਮਨੁੱਖਾ ਜਨਮ ਹੀ ਭਜਨ ਦੇ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਇਸ ਕਰਕੇ ਮਹਾਰਾਜ ਆਗਿਆ ਕੀਤੀ ਹੈ, ਸਿਮਰੋ ਸਿਮਰ ਸਿਮਰ। ਸੱਚੇ ਪਾਤਸ਼ਾਹ ਕਹਿੰਦੇ ਸਿਮਰ ਸਿਮਰ ਕੇ, ਅਭਿਆਸ ਕਰਕੇ, ਚੇਤੇ ਕਰ ਕਰਕੇ, ਬਾਰ-ਬਾਰ ਦ੍ਰਿੜ ਕਰਕੇ
ਵਾਹਿਗੁਰੂ ਦੇ ਨਾਮ ਨੂੰ ਸਿਮਰਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਇਹਦੇ ਨਾਲ ਪ੍ਰਾਪਤ ਕੀ ਹੁੰਦਾ ਹੈ? ਸਤਿਗੁਰੂ ਜੀ ਥੋੜੇ ਅੱਖਰਾਂ ਵਿੱਚ ਹਜੂਰ ਫਲ ਦੱਸਦੇ ਐ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਮਹਾਰਾਜ ਕਹਿੰਦੇ ਆਤਮਿਕ ਆਨੰਦ ਦਾ ਸੁਖ ਪਾਵੋ, ਪਾ ਲਵੋਗੇ। ਜਿਹੜੇ ਸੁਖ ਨੂੰ ਦੇਵੀ ਦੇਵਤੇ ਪਏ ਤਰਸਦੇ ਐ, ਵਾਹਿਗੁਰੂ ਦੇ ਨਾਮ ਨੂੰ ਸਿਮਰ ਕਰਕੇ ਚੇਤੇ ਕਰਕੇ ਬ੍ਰਹਮਾ ਆਨੰਦ ਦੇ ਸੁਖ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਪਾਉਣਾ ਕਰੋ। ਕਲ ਕਲੇਸ਼ ਤਨ ਮਾਹ ਮਿਟਾਵੋ। ਹੋਰ ਕੀ ਪ੍ਰਾਪਤ ਹੋਵੇਗਾ ਸਿਮਰਨ ਕਰਨ ਨਾਲ? ਸੱਚੇ ਪਾਤਸ਼ਾਹ ਜੀ ਕਹਿੰਦੇ ਕੱਲ ਜਿਹੜੀ ਅੰਦਰ ਕਲਪਨਾ ਲੱਗੀ ਹੋਈ ਹੈ ਨਾ, ਇਹ ਵੀ ਮਿਟ ਜਾਵੇਗੀ ਤਨ ਸਰੀਰ ਦੇ ਅੰਦਰੋਂ। ਬੜੇ ਜ਼ਿਆਦੇ ਫੁਰਨੇ ਹੀ ਅੰਦਰ ਆਈ ਜਾਂਦੇ ਆ। ਫੁਰਨਿਆਂ ਦਾ ਇਹੋ ਜਿਹਾ ਚੱਕਰ ਚੱਲ ਰਿਹਾ ਹੈ ਕਿ ਇਹ ਚੱਕਰ ਖਤਮ ਹੀ ਨਹੀਂ ਹੁੰਦਾ। ਇਹ ਚੱਕਰ ਇੰਨੀ ਜ਼ਿਆਦੀ ਤੀਬਰ ਗਤੀ ਨਾਲ ਚੱਲ ਰਿਹਾ ਹੈ, ਇੰਨੀ ਸਪੀਡ ਨਾਲ ਚੱਲ ਰਿਹਾ ਹੈ ਤੇ 15 ਮਿੰਟ 'ਚ ਜਪਜੀ ਸਾਹਿਬ ਦਾ ਪਾਠ ਕਰਕੇ ਸ਼ਾਇਦ ਕਹਿੰਦਾ ਰੁਕ ਜਾਵੇਗਾ। ਨਹੀਂ, ਇੰਨੇ ਚਿਰ 'ਚ ਨਹੀਂ ਰੁਕਣਾ। ਤੇ ਜਦੋਂ ਧਿਆਨ ਹੀ ਨਹੀਂ ਟਿਕਦਾ ਫਿਰ ਰੁਕਣਾ ਕੀ ਹੈ? ਸਾਰੀਆਂ ਗੱਲਾਂ ਤੈਨੂੰ ਅੰਮ੍ਰਿਤ ਵੇਲੇ ਭਜਨ ਕਰਨ ਸਮੇਂ ਚੇਤੇ ਆਉਂਦੀਆਂ। ਸਾਰੇ ਤੈਨੂੰ ਫੁਰਨੇ ਉਦੋਂ ਹੀ ਫੁਰਦੇ ਆ ਜਦੋਂ ਨਿਤਨੇਮ ਕਰਨ ਬੈਠ ਜਾਣਾ, ਕਿਉਂਕਿ ਚੱਕਰ ਚੱਲ ਰਿਹਾ ਹੈ ਅੰਦਰ ਕਲਪਨਾ ਦਾ। ਬਹੁਤ ਜ਼ਿਆਦੀਆਂ ਕਲਪਨਾਵਾਂ ਲੱਗੀਆਂ ਹੋਈਆਂ, ਕੁਝ ਪੂਰੀਆਂ ਹੋਈ ਜਾਂਦੀਆਂ, ਕੁਝ ਨਹੀਂ ਹੁੰਦੀਆਂ। ਫਿਰ ਵੀ ਇੰਨੀ ਤਮੰਨਾ ਤੇਰੇ ਅੰਦਰ ਵੈ ਕਿ ਉਹ ਹਟਦੀਆਂ ਹੀ ਨਹੀਂ। ਇੱਕ ਤੋਂ ਇੱਕ ਅੱਗੇ ਤੇਰੇ ਸੰਕਲਪ ਚੱਲਦੇ ਹੀ ਰਹਿੰਦੇ ਐ। ਸਤਿਗੁਰੂ ਜੀ ਕਹਿੰਦੇ ਜਦੋਂ ਸਿਮਰਨ ਕਰੇਗਾ ਨਾ, ਬਾਰ-ਬਾਰ ਸਿਮਰਨ ਦੇ ਨਾਲ ਉਹ ਚੱਲਦਾ ਹੋਇਆ ਚੱਕਰ ਥੰਮ ਜਾਵੇਗਾ, ਰੁਕ ਜਾਵੇਗਾ। ਜਦੋਂ ਰੁਕਿਆ ਫਿਰ ਜਿਹੜਾ ਸੁੱਖ ਤੈਨੂੰ ਪ੍ਰਾਪਤ ਹੋਣਾ ਨਾ, ਉਹਨੂੰ ਤੂੰ ਹੀ ਮਾਣ ਸਕੇਗਾ, ਉਹਦਾ ਰਸ ਤੈਨੂੰ ਹੀ ਪਤਾ ਹੋਵੇਗਾ। ਫਿਰ ਸੱਚੇ ਪਾਤਸ਼ਾਹ ਕਹਿੰਦੇ ਕਲ ਕਲੇਸ਼ ਤਨ ਮਾਹੇ ਮਿਟਾਵੋ। ਤਨ ਦੇ ਅੰਦਰੋਂ ਮੇਟ ਲੈਣਾ ਕਰੋ ਕਲ ਕਲਪਨਾ ਨੂੰ। ਤੇ ਕਲੇਸ਼ ਸਾਧ ਸੰਗਤ ਜੀ ਝਗੜੇ ਐ। ਜੋਗੀਆਂ ਨੇ ਕਲੇਸ਼ 5 ਪ੍ਰਕਾਰ ਦੇ ਮੰਨੇ ਆ। ਉਹ ਅਵਿਦਿਆ, ਅਸਮਤਾ, ਰਾਗ, ਦਵੈਸ਼ ਤੇ ਅਭਿਨਵੇਸ਼। ਇਹ 5 ਕਲੇਸ਼ ਜਿਹੜੇ ਆ ਜੀਵ ਦੇ ਅੰਦਰ ਦੁੰਦਵਾਦ ਛੇੜੀ ਰੱਖਦੇ ਆ। ਵਾਹਿਗੁਰੂ ਜੀ ਦਾ ਸਰੂਪ ਤੇ ਨਿਸ਼ਚਾ ਨਾ ਆਉਣਾ, ਦਿਸਦੇ ਸੰਸਾਰ ਵਿੱਚ ਨਿਸ਼ਚਾ ਰੱਖਣਾ, ਅਸਮਤਾ ਬਣੀ ਰਹਿਣੀ। ਫਿਰ ਸਾਧ ਸੰਗਤ ਜੀ ਅਵਿਦਿਆ, ਇਹੋ ਜੀ ਮਨ ਦੇ ਉੱਤੇ ਪਰਦਾ ਪਿਆ ਰਹਿਣਾ ਕਿ ਸੰਸਾਰ ਦੇ ਰਸ-ਕਸ ਹੀ ਮਿੱਠੇ ਲੱਗਣੇ। ਜਿਹੜਾ ਹੈ ਸੰਸਾਰ ਦੇ ਅੰਦਰ ਵਿਕਾਰਾਂ ਦੇ ਵਿੱਚ ਹੀ ਮਨ ਪ੍ਰਵਿਰਤ ਹੋਇਆ ਰਹਿਣਾ। ਹਨੇਰੇ ਵਰਗੀ ਵਿਦਿਆ ਹੈ, ਅਵਿਦਿਆ ਹੈ, ਕਦੇ ਕੁਝ ਸੁਝਣਾ ਹੀ ਨਾ। ਫਿਰ ਰਾਗ, ਮੋਹ ਚਿੰਬੜਿਆ ਰਹਿਣਾ ਸ਼ਰੀਰਾਂ ਦਾ। ਦਵੈਸ਼, ਈਰਖਾ ਸਾਧ ਸੰਗਤ ਜੀ ਅੰਦਰ ਬਣੀ ਰਹਿਣੀ। ਅਭਿਨਵੇਸ਼, ਗੁਰੂ ਜੀ ਦੇ ਉਪਦੇਸ਼ ਤੋਂ ਖੋਟੀ ਬੁੱਧੀ ਕਰਕੇ ਉਲਟ ਚੱਲਦੇ ਰਹਿਣਾ। ਹਰ ਵੇਲੇ ਮਨ ਦਾ ਪ੍ਰਵਾਹ ਪੁੱਠਾ ਹੀ ਪਿਆ ਰਹਿਣਾ, ਇਹਨੂੰ ਅਭਿਨਵੇਸ਼ ਕਹਿੰਦੇ ਆ। ਇਹ 5 ਪ੍ਰਕਾਰ ਦੇ ਕਲੇਸ਼ ਨੇ ਜਿਨ੍ਹਾਂ ਕਰਕੇ ਜੀਵ ਦੁਖੀ ਰਹਿੰਦੇ ਆ। ਸਤਿਗੁਰੂ ਜੀ ਕਹਿੰਦੇ ਸਿਮਰਨ ਵਿੱਚ ਐਡੀ ਤਾਕਤ ਹੈ, ਤੇਰੇ ਅੰਦਰੋਂ ਇਹ 5 ਕਲੇਸ਼ ਵੀ ਵਿਨਾਸ਼ ਕਰ ਦੇਗਾ ਵਾਹਿਗੁਰੂ ਦਾ ਸਿਮਰਨ। ਤੇਰੇ ਅੰਦਰ ਚੱਲਦੀਆਂ ਜਿਹੜੀਆਂ ਕਲਪਨਾਵਾਂ ਨੇ, ਫੁਰਨੇ ਹਨ, ਮਹਾਰਾਜ ਕਹਿੰਦੇ ਉਹ ਵੀ ਤਨ ਵਿੱਚੋਂ ਸਰੀਰ ਵਿੱਚੋਂ ਮਿਟ ਜਾਣਗੇ। ਮਿਟਾ ਲੈਣਾ ਕਰੋ ਸਿਮਰਨ ਕਰਕੇ। ਸਿਮਰੋ ਜਾਸ ਬਿਸੰਭਰ ਏਕੈ। ਸੱਚੇ ਪਾਤਸ਼ਾਹ ਕਹਿੰਦੇ ਇੱਕੋ ਇੱਕ ਜੋ ਬਿਸੰਭਰ ਸਾਰੇ ਵਿਸ਼ਵ ਨੂੰ ਭਰਨ ਵਾਲਾ ਹੈ ਨਾ, ਕੇਵਲ ਕੇਵਲ ਉਹੋ ਹੀ ਹੈ। ਇੱਕੋ ਇੱਕ ਜੋ ਸਾਰਿਆਂ ਦੇ ਪੇਟਾਂ ਦੀ ਵੀ ਪੂਰਤੀ ਕਰ ਰਿਹਾ ਹੈ, ਇੱਛਾਵਾਂ ਦੀ ਵੀ ਪੂਰਤੀ ਕਰ ਰਿਹਾ ਹੈ, ਤਨ ਨੂੰ ਢੱਕ ਰਿਹਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਤਿੰਨਾਂ ਲੋਕਾਂ ਨੂੰ ਭਰਨ ਵਾਲਾ ਹੈ ਪਰਮੇਸ਼ਰ ਵਾਹਿਗੁਰੂ। ਉਸ ਇੱਕ ਪਰਮੇਸ਼ਰ ਦੇ ਜਸ ਦਾ ਸਿਮਰਨ ਕਰਨਾ ਕਰੋ। ਜਾਸ ਜਿਸ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਭਾਈ ਸਭ ਦੇ ਤਾਈਂ ਭਰਨਾ ਕੀਤਾ ਹੈ। ਜਾਸ ਦਾ ਮੁੱਖ ਅਰਥ ਜਸ ਹੀ ਸਮਝਣਾ। ਵਾਹਿਗੁਰੂ ਦਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਸ ਕਰੋ। ਉਹਦਾ ਜਸ ਕਰਦਿਆਂ ਹੋਇਆਂ ਉਹਨੂੰ ਸਿਮਰਨਾ ਕਰੋ, ਉਹਨੂੰ ਚੇਤੇ ਕਰਨਾ ਕਰੋ। ਉਹ ਸਾਰੇ ਵਿਸ਼ਵ ਦੇ ਤਾਈਂ ਭਰਨ ਵਾਲਾ ਹੈ।
ਕੀ ਦੈਂਤ ਹੈ, ਕੀ ਦੇਵਤੇ ਹੈ, ਕੀ ਮਨੁੱਖ ਹੈ, ਕੀ 84 ਲੱਖ ਜੂਨਾਂ ਨੇ। ਸਭ ਦੇ ਤਾਈ ਮਹਾਰਾਜ ਕਹਿੰਦੇ ਭਾਈ ਉਹ ਰੋਜੀ ਦੇਣ ਵਾਲਾ ਹੈ, ਸਾਰੇ ਵਿਸ਼ਵ ਦੇ ਤਾਈ ਉਹ ਪੂਰਤੀ ਕਰਨ ਵਾਲਾ ਵਾਹਿਗੁਰੂ। ਉਸ ਦਾ ਜਸ ਕਰਦੇ ਹੋਏ ਉਸ ਨੂੰ ਸਿਮਰਨਾ ਕਰੋ ਇੱਕ ਨੂੰ। ਨਾਮ ਜਪਤ ਅਗਣਤ ਅਨੇਕ ਹੈ। ਸੱਚੇ ਪਾਤਸ਼ਾਹ ਜੀ ਨਾਮ ਜਪਣ ਵਾਲੇ ਥੋੜੇ ਹੀ ਹੁੰਦੇ ਹੋਣੇ ਆ। ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਆ ਨਾ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਣਗਿਣਤੀ ਹਨ ਵਾਹਿਗੁਰੂ ਦੇ ਨਾਮ ਦੇ ਜਪਣ ਵਾਲੇ। ਸੱਚੇ ਪਾਤਸ਼ਾਹ ਜੀ ਉਹ ਕਈ ਕੋਟ ਕਹਿ ਕੇ ਵੀ ਜ਼ਿਕਰ ਕਰਨਗੇ। ਫਿਰ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਤਰ੍ਹਾਂ ਦੀ ਸ੍ਰਿਸ਼ਟੀ ਹਜੂਰ ਦੱਸਣਗੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਅਣਗਿਣਤੀ ਹਨ, ਅਨੇਕਾਂ ਹੀ ਹਨ। ਵਾਹਿਗੁਰੂ ਦੇ ਨਾਮ ਵੀ ਅਣਗਿਣਤੀ ਹੈ ਤੇ ਜਪਣ ਵਾਲੇ ਵੀ ਅਣਗਿਣਤੀ ਹੈ, ਅਨੇਕਾਂ ਹੀ ਹਨ, ਉਹਨਾਂ ਦੀ ਵੀ ਗਿਣਤੀ ਨਹੀਂ ਆਉਂਦੀ ਹੈ। ਤੇ ਸਾਧ ਸੰਗਤ ਜੀ ਸ਼ੇਸ਼ ਨਾਗ ਕੋਲੋਂ ਵੀ ਨਾਮਾਂ ਦਾ ਅੰਤ ਨਹੀਂ ਪਾਇਆ ਜਾ ਰਿਹਾ। ਇੰਨੇ ਵਾਹਿਗੁਰੂ ਦੇ ਨਾਮ ਉਹ ਰੋਜ਼ ਉਚਾਰਨ ਕਰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਅਣਗਿਣਤ ਹਨ ਜਪਣ ਵਾਲੇ ਤੇ ਅਣਗਿਣਤ ਹਨ ਵਾਹਿਗੁਰੂ ਦੇ ਨਾਮ, ਅਨੇਕਾਂ ਹੀ ਹਨ, ਗਿਣੇ ਨਹੀਂ ਜਾ ਸਕਦੇ। ਜਪਣ ਵਾਲਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਵੇਦ ਪੁਰਾਨ ਸਿਮਰਿਤ ਸੁਧਾਖਿਅਰ। ਵੇਦ ਨੇ 4, 18 ਪੁਰਾਣ ਹਨ, 27 ਸਿਮਰਤੀਆਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹਨਾਂ ਨੂੰ ਸੋਧ ਕਰਕੇ ਜਿਹੜਾ ਨਾ ਇੱਕ ਅੱਖਰ ਜਿਹੜਾ ਹੈ ਉਹ ਕੱਢਣਾ ਕੀਤਾ ਹੈ। ਕਿਹੜਾ ਹੈ? ਕੀਨੇ RAM ਨਾਮ ਇੱਕ ਆਖਿਅਰ। ਕੀਤਾ ਹੈ ਇੱਕ ਅੱਖਰ, ਉਹ ਕਿਹੜਾ ਹੈ? RAM ਦੇ ਨਾਮ ਦਾ। RAM ਦੇ ਨਾਮ ਦਾ ਹੀ ਇੱਕ ਸੁਧ ਅੱਖਰ ਜਿਹੜਾ ਹੈ ਨਾ ਉਹ ਕਰਨਾ ਕੀਤਾ ਇਸੇ ਪ੍ਰਕਾਰ। ਵੇਦ ਪੁਰਾਨ ਸਿਮਰਿਤ ਸੁਧਾਖਿਅਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ 4 ਵੇਦ ਨੇ, 27 ਸਿਮਰਤੀਆਂ ਹਨ ਅਤੇ ਇਸ ਪ੍ਰਕਾਰ 18 ਪੁਰਾਣ ਹਨ। ਇਹ ਜਿਹੜੇ ਆ ਸੋਧ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖੇ ਐ ਭਾਈ ਇਹਨਾਂ ਵਿੱਚ ਇੱਕੋ ਹੀ ਅੱਖਰ ਵੈ। ਮਹਾਰਾਜ ਸਾਹਿਬ ਜੀ ਨੇ ਕਿਹਾ ਨਾ ਵੇਦ ਕਤੇਬ ਸਿਮਰਤ ਸਭ ਸ਼ਾਸਤਰ, ਇਨ ਪੜਿਆ ਮੁਕਤ ਨ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ ਤਾਂ ਕੀ ਨਿਰਮਲ ਸੋਈ। ਇੱਕ ਅੱਖਰ ਉਹ ਕਿਹੜਾ ਮਹਾਰਾਜ ਦੱਸਦੇ ਹਨ? ਕੀਨੇ RAM ਨਾਮ ਇੱਕ ਆਖਿਅਰ। ਕੀਤਾ ਹੈ ਇੱਕੋ RAM ਦੇ ਨਾਮ ਦਾ ਅੱਖਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇੱਕੋ ਹੀ ਅੱਖਰ ਜਿਹੜਾ RAM ਦੇ ਨਾਮ ਦਾ ਉਹ ਕਰਨਾ ਕੀਤਾ ਹੈ ਭਾਈ। ਜੇ ਵੇਦ ਪੜ੍ਹ ਲਏ, ਸਿਮਰਤੀਆਂ ਪੜ੍ਹ ਲਈਆਂ, 18 ਪੁਰਾਣ ਪੜ੍ਹ ਲਏ ਤੇ ਵਾਹਿਗੁਰੂ ਨਾਲ ਪ੍ਰੇਮ ਨਾ ਪਾ ਸਕਿਆ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੈ ਹਰਿ ਕੋ ਨਾਮਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹਨਾਂ ਦੇ ਪੜਨ ਦਾ ਲਾਭ ਤਾਂ ਹੈ ਨਾ ਜੇ ਤੂੰ ਆਪਣੇ ਮਨ ਨੂੰ ਪ੍ਰਬੋਧ ਲਿਆ ਹੈ, ਵਾਹਿਗੁਰੂ ਦੇ ਨਾਮ ਨੂੰ ਸਿਮਰੇ ਤਾਂ ਫਿਰ ਇਹਨਾਂ ਦੇ ਪੜੇ ਦਾ ਲਾਭ ਹੈ। ਨਹੀਂ ਤਾਂ ਖੋਤੇ ਵਾਂਗੂ ਭਾਰ ਹੀ ਚੱਕਣ ਦੇ ਬਰਾਬਰ ਵੈ, ਹੰਕਾਰ ਹੀ ਆ ਜਾਏਗਾ ਮਨ ਦੇ ਅੰਦਰ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇੱਕੋ ਇੱਕ RAM ਦੇ ਨਾਮ ਦਾ ਅੱਖਰ ਹੈ ਨਾ ਜਿਹੜਾ ਉਹ ਕਰਨਾ ਕੀਤਾ ਹੈ। ਉਹ ਸੁਧ ਵਿਚਾਰ ਕੇ ਮਹਾਰਾਜ ਕਹਿੰਦੇ ਭਾਈ ਕੀਤਾ ਇਸੇ ਪ੍ਰਕਾਰ ਹੀ। ਵੇਦ ਪੁਰਾਨ ਸਿਮਰਿਤ ਸੁਧਾਖਿਅਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਜਿਹੜਾ ਵੇਦ ਨੇ, ਪੁਰਾਣ ਨੇ ਅਤੇ ਸਿਮਰਤੀਆਂ ਹਨ ਇਹ ਸਾਰੇ ਇੱਕੋ ਇੱਕ ਸੁਧ ਅੱਖਰ ਦੇ ਜਸ ਵਾਸਤੇ ਹੀ ਲਿਖੇ ਗਏ ਆ ਨਾ। ਇੰਨਾ ਵਿਸਥਾਰ ਵੈ ਇਹ ਵੇਦਾਂ ਦਾ, ਪੁਰਾਣਾਂ ਦਾ ਤੇ ਸਿਮਰਤੀਆਂ ਦਾ। ਉਹ ਸਾਧ ਸੰਗਤ ਜੀ ਜਿੰਨਾ ਵੀ ਲਿਖਿਆ ਗਿਆ ਹੈ ਨਾ ਇੱਕੋ ਇੱਕ ਸੁਧ ਅੱਖਰ ਪਰਮੇਸ਼ਰ ਦੇ ਜਸ ਨੂੰ ਬਿਆਨ ਕਰਦੇ ਹੋਏ ਕਹਿੰਦੇ ਆ। ਉਹਨਾਂ ਨੇ ਕੀ ਕਿਹਾ? ਪਰਮੇਸ਼ਰ ਦੇ ਨਾਮ ਦਾ ਹੀ ਵਿਸਥਾਰ ਕਿਹਾ ਨਾ। ਨੇਤ ਨੇਤ ਕਥੰਤ ਵੇਦਾ, ਵੇਦ ਵੀ ਤਾਂ ਇਹੀ ਕਹਿੰਦੇ ਆ ਨਾ ਕਿ ਉਹਦਾ ਅੰਤ ਨਹੀਂ ਪਾਇਆ ਜਾਂਦਾ। ਸਿਮਰਤੀਆਂ ਵੀ ਕਹਿੰਦੀਆਂ ਬੇਅੰਤ ਵੈ, ਫਿਰ ਪੁਰਾਣ ਵੀ ਕਹਿੰਦੇ ਆ ਉਹ ਅਨੰਤ ਵੈ। ਐਸਾ ਉਹ ਸੁਧ ਅੱਖਰ ਹੈ ਪਰਮੇਸ਼ਰ ਦਾ ਨਾਮ ਜਿਹੜਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਇਹ ਜਿਹੜਾ ਨਾ ਰਿੜਕ ਕਰਕੇ ਤਤ ਕੱਢ ਕੇ ਸਾਰ ਕੱਢ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸੁਧ ਅੱਖਰ ਜਿਹੜਾ ਹੈ ਨਾ ਜਿਹਦਾ ਵਿਸਥਾਰ ਵੇਦ ਕਹਿੰਦੇ ਆ, ਸਿਮਰਤੀਆਂ ਤੇ ਪੁਰਾਣ ਕਹਿੰਦੇ ਹਨ, ਉਹ ਸੁਧ ਅੱਖਰ ਕੱਢਣਾ ਕੀਤਾ ਹੈ। ਕੀਨੇ RAM ਨਾਮ ਇੱਕ ਆਖਿਅਰ। ਉਹ ਕੀਤਾ ਹੈ RAM ਦੇ ਨਾਮ ਦਾ ਇੱਕ ਅੱਖਰ। ਜੋ RAM ਦਾ ਨਾਮ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕੋ ਹੀ ਅੱਖਰ ਦਾ ਜਸ ਜਿਹੜਾ ਹੈ ਇਹ ਸਾਰੇ ਗਾਉਂਦੇ ਹਨ। ਇਸ ਕਰਕੇ ਏਕ ਅੱਖਰ ਜੋ ਗੁਰਮੁਖ ਜਾਪੈ, ਇੱਕੋ ਅੱਖਰ ਜਿਹੜਾ ਗੁਰਮੁਖ ਭਾਈ ਜਪਦਾ ਹੈ
ਸਿਮਰਨ ਕਰਨ ਲੱਗ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦੀ ਹੀ ਗਤ ਮਰਿਆਦਾ, ਉਹਦੀ ਹੀ ਗਤ ਰੀਤੀ ਜਿਹੜੀ ਹੈ ਨਾ ਉਹ ਨਿਰਮਲ ਹੁੰਦੀ ਹੈ, ਪਵਿੱਤਰ ਹੁੰਦੀ ਹੈ। ਇਸ ਕਰਕੇ ਸਾਰ ਅੰਸ਼ ਨੂੰ, ਤਤ ਸਿਧਾਂਤ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਗ੍ਰਹਿਣ ਕਰੋ। ਇਹਨਾਂ ਦੇ ਪੜਨ ਦਾ ਵੀ ਲਾਭ ਤਾਂ ਹੈ ਜੇ ਵਾਹਿਗੁਰੂ ਦੇ ਨਾਮ ਦੇ ਅਭਿਆਸ ਨੂੰ ਕਰੋ ਤੇ ਆਪਣੇ ਮਨ ਨੂੰ ਪ੍ਰਬੋਧਨਾ ਕਰੋ। ਇੱਕੋ ਇੱਕ ਵਾਹਿਗੁਰੂ ਦਾ ਨਾਮ ਜਿਹੜਾ ਹੈ ਸਭ ਤੋਂ ਉੱਤਮ ਕਰਨਾ ਕੀਤਾ ਏ। ਕਿਨ ਕਾ ਏਕ ਜਿਸ ਜੀ ਬਸਾਵੈ। ਸਾਧ ਸੰਗਤ ਜੀ ਇਹ ਮਹਾਰਾਜ ਕਹਿੰਦੇ ਨਾਮ ਕਿਣਕਾ ਮਾਤਰ ਹੈ। ਕਿਉਂ ਕਿਣਕਾ? ਕਿਉਂਕਿ ਬੀਜ ਮਾਤਰ ਵਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਭਾਈ ਗੁਰਦਾਸ ਸਾਹਿਬ ਦਾ ਕਥਨ ਹੈ ਕਿ ਵਾਹਿਗੁਰੂ ਮੰਤਰ ਵੀ ਜਿਹੜਾ ਨਾ ਬੀਜ ਮੰਤਰ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ। ਤੇ ਇਹ ਬੀਜ ਮਾਤਰ ਥੋੜਾ ਜਿਹਾ ਜਿਹੜਾ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਏਕ ਚਿੱਤ ਜਹ ਏਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿਨਕਾ ਏਕ, ਜਿਹੜਾ ਕਿਨਕਾ ਮਾਤਰ ਵੀ, ਥੋੜਾ ਮਾਤਰ ਵੀ ਆਪਣੇ ਮਨ ਨੂੰ ਟਿਕਾ ਲਵੇ ਨਾ, ਥੋੜੇ ਚਿਰ ਹੀ ਵਾਹਿਗੁਰੂ ਦੇ ਨਾਮ ਨੂੰ ਜਪੇ, ਉਹਨੂੰ ਅਸੀਮ ਸੁੱਖ ਦਿੰਦਾ ਹੈ। ਉਹਨੂੰ ਇਹੋ ਜਿਹਾ ਸੁੱਖ ਦਿੰਦਾ ਹੈ ਕਿ ਉਹਨੂੰ ਘੜੀ ਪਲ ਉਹ ਦੁੱਖ ਫਿਰ ਭੁੱਲ ਜਾਂਦੇ ਆ। ਤੇ ਜੇ ਕਰਕੇ ਨਿਸ਼ਕਪਟ ਹੋਏ ਦਾ ਮਨ ਜੁੜ ਜਾਵੇ, ਨਿਰਛਲ ਹੋ ਜਾਵੇ, ਫਿਰ ਤਾਂ ਮਹਿਮਾ ਕਹੀ ਨਹੀਂ ਜਾ ਸਕਦੀ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜਿਨ ਨਾਮ ਦਾ ਮੰਨਣ ਕਰ ਲਿਆ, ਮੰਨੇ ਕੀ ਗਤ ਕਹੀ ਨਾ ਜਾਏ। ਕਹੀ ਨਹੀਂ ਜਾ ਸਕਦੀ ਉਸ ਦੀ ਮਹਿਮਾ, ਕਥਨ ਨਹੀਂ ਕੀਤੀ ਜਾ ਸਕਦੀ। ਸਿੱਧਾ ਨੇ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਕਿਸੇ ਨੂੰ ਜ਼ਬਾਨੀ ਨਹੀਂ ਆਉਂਦੀ ਤੇ ਕਾਗਜ਼ ਤੇ ਲਿਖ ਲੈਣੀ ਚਾਹੀਦੀ ਸੀ, ਉਹ ਲਿਖੀ ਹੁੰਦੀ ਤਾਂ ਫਿਰ ਮਹਿਮਾ ਪਤਾ ਲੱਗ ਜਾਣੀ ਸੀ। ਮਹਾਰਾਜ ਨੇ ਕਿਹਾ ਕਾਗਜ਼ ਕਲਮ ਨਾਲ ਲਿਖਣ ਹਾਰ। ਕਾਗਜ਼ਾਂ ਕਰਕੇ ਵੀ, ਕਲਮਾਂ ਕਰਕੇ ਵੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਜਿਹੜੀ ਹੈ ਨਾ ਉਹ ਕਹੀ ਨਹੀਂ ਜਾ ਸਕਦੀ। ਤੇ ਵਾਹਿਗੁਰੂ ਦੇ ਨਾਮ ਦੇ ਮੰਨਣ ਕਰਨ ਵਾਲਿਆਂ ਦੀ ਵੀ ਮਹਿਮਾ ਕਹੀ ਨਹੀਂ ਜਾ ਸਕਦੀ। ਕਿਨਕਾ ਏਕ ਜਿਸ ਜੀ ਬਸਾਵੈ, ਜਿਸ ਜੀ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਕਿਨਕਾ ਮਾਤਰ ਮੇਰਾ ਵਾਹਿਗੁਰੂ ਨਾਮ ਨੂੰ ਜਦੋਂ ਵਸਾ ਦੇਵੇ, ਥੋੜਾ ਮਾਤਰ ਵੀ ਵਸਾ ਦੇਵੇ, ਤਾ ਕੀ ਮਹਿਮਾ ਗਨੀ ਨਾ ਆਵੇ। ਉਸ ਦੀ ਮਹਿਮਾ ਮਹਾਰਾਜ ਕਹਿੰਦੇ ਭਾਈ ਗਿਣਤੀ ਨਾਲ ਕੋਈ ਦੱਸ ਨਹੀਂ ਸਕਦਾ, ਗਿਣ ਕੇ ਕੋਈ ਕਹਿ ਨਹੀਂ ਸਕਦਾ। ਹਰ ਕਾ ਸੇਵਕ ਹਰ ਹੀ ਜਿਹਾ, ਵਾਹਿਗੁਰੂ ਵਰਗੇ ਹੀ ਬਣ ਜਾਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਉਹਨਾਂ ਦੀ ਮਹਿਮਾ ਮਹਾਰਾਜ ਕਹਿੰਦੇ ਗਿਣ ਕੇ ਵਿਚਾਰ ਕੇ ਦੱਸੀ ਨਹੀਂ ਜਾ ਸਕਦੀ। ਕਾਂਖੀ ਏਕੈ ਦਰਸ ਤੁਹਾਰੋ। ਸੱਚੇ ਪਾਤਸ਼ਾਹ ਹੁਣ ਇਸ ਪੌੜੀ ਦੀ ਸਮਾਪਤੀ ਕਰਦਿਆਂ ਹੋਇਆਂ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਐ। ਹਜੂਰ ਕਹਿੰਦੇ ਨੇ ਕਾਂਖੀ ਏਕੈ ਦਰਸ ਤੁਹਾਰੋ। ਮਹਾਰਾਜ ਜਿਹੜੇ ਇੱਕ ਆਪ ਜੀ ਦੇ ਦਰਸ਼ਨਾਂ ਦੇ ਚਾਹਵਾਨ ਨੇ, ਜਿਹੜੇ ਕਹਿੰਦੇ ਐ ਕਿ ਹੋਰ ਕੁਝ ਨਹੀਂ ਚਾਹੀਦਾ, ਜਿਨ੍ਹਾਂ ਦੀ ਇਹ ਅਰਦਾਸ ਹੈ ਤੂੰ ਚੌ ਸੱਜਣ ਮੈਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ, ਕਦ ਪਸੀ ਦੀਦਾਰ। ਜਿਨ੍ਹਾਂ ਦੇ ਨੇਤਰ ਤਰਸਦੇ ਆਪ ਜੀ ਦੇ ਦਰਸ਼ਨਾਂ ਵਾਸਤੇ। ਕਾਂਖੀ ਇੱਕ ਹੈ ਦਰਸ ਤੁਹਾਰੋ। ਮਹਾਰਾਜ ਜਿਹੜੇ ਕਾਂਖੀ ਚਾਹਵਾਨ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਇੱਛਾ ਲੱਗ ਗਈ ਹੈ ਸੱਚੇ ਪਾਤਸ਼ਾਹ ਦੇ ਪ੍ਰਤੱਖ ਦਰਸ਼ਨਾਂ ਦੀ ਇੱਛਾ, ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇਹ ਸੱਚੇ ਪਾਤਸ਼ਾਹ ਨੇ ਦਰਸ਼ਨਾਂ ਦੀ ਖਿੱਚ ਬਿਆਨ ਕੀਤੀ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ। ਜਦੋਂ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਲੱਗ ਜਾਵੇ, ਦਰਸ਼ਨ ਵੇਖੇ ਅਜੇ ਹੋਰ ਬਾਤ ਹੈ। ਜਿਨ੍ਹਾਂ ਨੇ ਦਰਸ਼ਨਾਂ ਦੀ ਇੱਛਾ ਹੀ ਕਰ ਲਈ ਹੈ, ਦਰਸ਼ਨ ਵੇਖੇ ਨਹੀਂ ਅਜੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਚਾਹਵਾਨ ਹੋ ਗਏ, ਜਿਨ੍ਹਾਂ ਦਾ ਮਨ ਤੜਫ ਉੱਠਿਆ ਆਪ ਦੇ ਦਰਸ਼ਨਾਂ ਨੂੰ ਵੇਖਣ ਵਾਸਤੇ, ਕਿਉਂਕਿ ਇਹ ਇੱਛਾ ਵੀ ਸਾਧ ਸੰਗਤ ਜੀ ਇੰਨੀ ਪ੍ਰਬਲ ਵੈ, ਇੰਨੀ ਪਵਿੱਤਰ ਵੈ ਕਿ ਜੀਵ ਵਾਹਿਗੁਰੂ ਜੀ ਦੇ ਸਰੂਪ ਦਾ ਸਾਖਿਆਤਤਾ ਜਿਹੜੀ ਹੈ ਨਾ, ਅਨੁਭਵ ਜਿਹੜਾ ਨਾ ਉਹ ਪਾਉਣ ਲੱਗ ਜਾਂਦਾ ਹੈ। ਤੇ ਫਿਰ ਵਾਹਿਗੁਰੂ ਜੀ ਦਾ ਮਿਲਾਪ ਜਦੋਂ ਹੁੰਦਾ ਹੈ, ਦਰਸ਼ਨ ਜਦੋਂ ਹੁੰਦਾ ਹੈ, ਫਰੀਦ ਜੀ ਇਹੋ ਜੇ ਕਮਾਈ ਦੇ ਸਿਖਰਾਂ ਨੂੰ ਪਹੁੰਚੇ, ਕਹਿੰਦੇ ਐ ਅੱਲਾ ਤੇਰੀ ਜੁਦਾਇਗੀ ਵਿੱਚ, ਤੇਰੇ ਵਿਛੋੜੇ ਵਿੱਚ ਇੰਨਾ ਸੁੱਖ ਹੈ, ਤੇਰੇ ਮਿਲਾਪ 'ਚ ਕਿੱਡਾ ਸੁੱਖ ਹੋਵੇਗਾ। ਵਾਹਿਗੁਰੂ ਨੂੰ ਚੇਤੇ ਕਰਦੇ ਆ, ਜਿਹੜੇ ਦਰਸ਼ਨਾਂ ਵਾਸਤੇ ਤੜਫਦੇ ਆ, ਜਿਨ੍ਹਾਂ ਦੇ ਮਨ
ਮਹਾਰਾਜ ਕਹਿੰਦੇ ਜਿਹੜੇ ਕਾਂਖੀ ਚਾਹਵਾਨ ਹਨ, ਇੱਛਾ ਜਿਨ੍ਹਾਂ ਦੇ ਮਨ ਵਿੱਚ ਲੱਗ ਗਈ ਹੈ ਵਾਹਿਗੁਰੂ ਆਪ ਦੇ ਦਰਸ਼ਨ ਕਰਨ ਵਾਸਤੇ, ਨਾਨਕ ਉਨ ਸੰਗ ਮੋਹ ਉਧਾਰੂ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੋ ਬੇਨਤੀ ਕਰੋ ਮਹਾਰਾਜ ਉਹਨਾਂ ਦੀ ਸੰਗਤ ਸਾਨੂੰ ਬਖਸ਼ ਦਿਓ, ਉਹਨਾਂ ਦੇ ਨਾਲ ਮਹਾਰਾਜ ਸਾਨੂੰ ਵੀ ਉਧਾਰ ਲਓ, ਉਹਨਾਂ ਦੇ ਨਾਲ ਲਾ ਕੇ ਮਹਾਰਾਜ ਸਾਡੀ ਵੀ ਕਲਿਆਣ ਕਰ ਦਿਓ, ਸਾਡੇ ਮਨ ਵਿੱਚ ਵੀ ਆਪ ਦੇ ਦਰਸ਼ਨਾਂ ਦੀ ਖਿੱਚ ਲੱਗ ਜਾਵੇ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਹੁਣ ਸੱਚੇ ਪਾਤਸ਼ਾਹ ਜੀ ਰਹਾਉ ਦੀਆਂ ਪੰਕਤੀਆਂ ਹਜੂਰ ਕਹਿੰਦੇ ਐ, ਇਹ ਸਾਧ ਸੰਗਤ ਜੀ ਸੁਖਮਨੀ ਸਾਹਿਬ ਜੀ ਦਾ ਸਾਰਾ ਸਾਰ ਅੰਸ਼ ਜਿਹੜਾ ਮਹਾਰਾਜ ਸਾਹਿਬ ਜੀ ਇਸ ਪੰਕਤੀਆਂ ਦੇ ਅੰਦਰ ਕਹਿੰਦੇ ਆ ਹਜੂਰ, ਸੁਖਮਨੀ ਸੁਖ। ਮਹਾਰਾਜ ਕਹਿੰਦੇ ਜਿਹੜੀ ਇਹ ਸੁਖਮਨੀ ਸਾਹਿਬ ਬਾਣੀ ਹੈ ਨਾ, ਇਹ ਸ਼੍ਰੋਮਣੀ ਸੁਖ ਦੇ ਜਿੱਥੇ ਦੇਣ ਵਾਲੀ ਹੈ, ਸਤਿਗੁਰੂ ਜੀ ਕਹਿੰਦੇ ਮਣਾ ਮੂੰਹ ਸੁਖ ਦੇਣ ਵਾਲੀ ਹੈ, ਇਹਦੇ ਅੰਦਰ ਆਤਮਿਕ ਆਨੰਦ ਦਾ ਸੁਖ ਹੈ। ਸੁਖਮਨੀ ਸਾਹਿਬ ਦੇ ਅੰਦਰ ਹਜੂਰ ਕਹਿੰਦੇ ਸੁਖਮਨੀ ਸੁਖ, ਇਸ ਬਾਣੀ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਬਾਣੀ ਦਾ ਫਲਾਦੇਸ਼ ਪੜਨ ਦਾ ਸਤਿਗੁਰਾਂ ਦੱਸਿਆ ਹੈ। ਮਹਾਰਾਜ ਕਹਿੰਦੇ ਬ੍ਰਹਮਾ ਆਨੰਦ ਦੇ ਸੁਖ ਨੂੰ ਦੇਣ ਵਾਲੀ ਹੈ, ਤੇ ਫਿਰ ਅੰਮ੍ਰਿਤ ਪ੍ਰਭ ਨਾਮ, ਅੰਮ੍ਰਿਤ ਵਰਗਾ ਮਿੱਠਾ ਪ੍ਰਭੂ ਦਾ ਨਾਮ ਸਤਿਗੁਰੂ ਜੀ ਕਹਿੰਦੇ ਇਸ ਬਾਣੀ ਦੇ ਅੰਦਰ ਮਿਲਿਆ ਹੋਇਆ ਹੈ। ਇਹ ਸਾਰੀ ਬਾਣੀ ਅੰਮ੍ਰਿਤ ਨਾਮ ਰੂਪ ਹੈ। ਜਿਹੜਾ ਸਾਧ ਸੰਗਤ ਜੀ ਇਉਂ ਖਿਆਲ ਕਰਦੇ ਹੈ ਕਿ ਬਾਣੀ ਨਾਮ ਦੇ ਜਪਣ ਦਾ ਕੇਵਲ ਉਪਦੇਸ਼ ਦਿੰਦੀ ਹੈ ਤੇ ਫਲ ਦੱਸਦੀ ਹੈ, ਇਸ ਕਰਕੇ ਇੱਕ ਵਾਰੀ ਸੁਣ ਕੇ ਸਮਝ ਕੇ ਤੇ ਨਾਮ ਜਪਣਾ ਚਾਹੀਦਾ ਹੈ, ਤੇ ਬਾਣੀ ਪੜਨ ਦੀ ਲੋੜ ਨਹੀਂ ਹੈ, ਬਾਰ-ਬਾਰ ਬਾਣੀ ਪੜਨ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਉਹ ਆਪਣੇ ਖਿਆਲ ਪ੍ਰਗਟ ਕਰਦੇ ਐ। ਪਰ ਸਾਧ ਸੰਗਤ ਜੀ ਸਤਿਗੁਰੂ ਜੀ ਆਪਣੇ ਹੀ ਕਿਰਪਾ ਕਰਕੇ ਸ਼੍ਰੀ ਮੁਖ ਤੋਂ ਦੱਸ ਰਹੇ ਐ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਜਿੱਥੇ ਨਾਮ ਦੇ ਜਪਣ ਦਾ ਉਪਦੇਸ਼ ਦਿੰਦੀ ਹੈ, ਜਿੱਥੇ ਨਾਮ ਦਾ ਫਲ ਦੱਸਦੀ ਹੈ, ਉੱਥੇ ਇਹ ਬਾਣੀ ਅੰਮ੍ਰਿਤ ਨਾਮ ਰੂਪ ਹੈ। ਇਸ ਬਾਣੀ ਦਾ ਸਿਮਰਨ ਜਿੱਥੇ 24 ਘੰਟੇ ਤੁਸੀਂ ਭਜਨ ਨਹੀਂ ਕਰ ਸਕਦੇ, 24 ਘੰਟਿਆਂ ਨੂੰ ਸਫਲ ਕਰ ਦਿੰਦੀ ਹੈ ਪਵਿੱਤਰ ਬਾਣੀ। ਇਸ ਕਰਕੇ ਇਹ ਸਿਮਰਨ ਰੂਪ ਹੈ, ਇਹ ਨਾਮ ਰੂਪ ਹੈ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ। ਇਕਾਂਤ ਚਿੱਤ ਗੁਰਮੰਤਰ ਵੀ ਜਪੀਏ ਤੇ ਇਸ ਬਾਣੀ ਦਾ ਨਿਤਨੇਮ ਵੀ ਕਰੀਏ, ਸਤ ਸੰਗਤ ਵੀ ਕਰੀਏ, ਇਹ ਸਾਰਾ ਸਿਮਰਨ ਰੂਪ ਹੈ, ਇਹ ਸਾਰਾ ਨਾਮ ਰੂਪ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪਵਿੱਤਰ ਬਾਣੀ ਦੇ ਅੰਦਰ ਜੋ ਭਰਿਆ ਹੋਇਆ ਹਜੂਰ ਨੇ ਉਹ ਆਪਣੇ ਸ਼੍ਰੀ ਕੰਠ ਤੋਂ ਕਥਨ ਕੀਤਾ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਆਤਮਿਕ ਆਨੰਦ ਦੇ ਸੁਖ ਨੂੰ ਦੇਣ ਵਾਲੀ ਹੈ। ਇਹਦੇ ਵਿੱਚ ਅੰਮ੍ਰਿਤ ਵਰਗਾ ਮਿੱਠਾ ਪ੍ਰਭੂ ਦਾ ਨਾਮ ਸਤਿਗੁਰੂ ਜੀ ਕਹਿੰਦੇ ਧਰਿਆ ਏ। ਭਗਤ ਜਨਾ ਕੈ ਮਨ ਬਿਸਰਾਮ। ਮਹਾਰਾਜ ਇਹ ਬਾਣੀ ਦਾ ਵਿਸ਼ਰਾਮ ਕਿੱਥੇ ਹੁੰਦਾ, ਕਿੱਥੇ ਟਿਕਦੀ ਹੈ? ਹਜੂਰ ਕਹਿੰਦੇ ਜਿਹੜੇ ਭਾਵ ਭਗਤੀ ਵਿੱਚ ਭਿੱਜੇ ਰਹਿੰਦੇ ਆ ਨਾ, ਉਹਨਾਂ ਭਗਤਾਂ ਦੇ, ਉਹਨਾਂ ਗੁਰਸਿੱਖਾਂ ਦੇ ਮਨ ਦੇ ਅੰਦਰ ਇਸ ਬਾਣੀ ਦਾ ਵਿਸ਼ਰਾਮ ਹੋ ਜਾਂਦਾ, ਟਿਕ ਜਾਂਦੀ ਹੈ, ਸਥਿਤ ਹੋ ਜਾਂਦੀ ਹੈ। ਬੜੇ ਵੱਡੇ ਭਾਗ ਜਿਨ੍ਹਾਂ ਨੂੰ ਇਹ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਕੰਠ ਸਥਲ ਹੋ ਜਾਂਦੀ। ਸੁਖੈਨ ਮੈਂ ਇੱਕ ਤੋਂ ਇੱਕ ਪੰਕਤੀ ਅੱਗੇ ਚੜ੍ਹਦੀ ਜਾਂਦੀ ਹੈ। ਗੁਰਸਿੱਖ ਬਹੁਤ ਪ੍ਰੀਤ ਨਾਲ ਕੰਠੋਂ ਹੀ ਕੰਮ ਕਰਦਿਆਂ ਨਾਲੇ ਇਸ ਬਾਣੀ ਦਾ ਨਿਤਨੇਮ ਕਰਦੇ ਐ। ਸਾਧ ਸੰਗਤ ਜੀ ਉਹਨਾਂ ਦੇ ਵਿਹਾਰ, ਉਹਨਾਂ ਦੇ ਪਰਿਵਾਰ ਸਭ ਪਵਿੱਤਰ ਹੋ ਜਾਂਦੇ ਇਸ ਬਾਣੀ ਦੀ ਪਵਿੱਤਰਤਾ ਦੇ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਭਗਤ ਨੇ, ਗੁਰਮੁਖ ਨੇ, ਉਹਨਾਂ ਦੇ ਮਨ ਦੇ ਅੰਦਰ ਵਿਸ਼ਰਾਮ ਕਰਦੀ ਹੈ, ਟਿਕਦੀ ਹੈ ਪਵਿੱਤਰ ਬਾਣੀ, ਅਸਥਿਤ ਹੁੰਦੀ ਹੈ। ਜਦੋਂ ਸਿਮਰਨ ਕਰਨ ਲੱਗ ਜਾਈਏ ਨਾ ਤੇ ਮਹਾਰਾਜ ਅੱਗੇ ਦੱਸਣਗੇ ਰਿੱਧੀਆਂ ਸਿੱਧੀਆਂ ਬੜੀ ਛੇਤੀ ਫੁਰਦੀਆਂ ਆ ਕਰਕੇ, ਤੇ ਪਰ ਜਿਹੜੇ ਭਗਤ ਵੈ ਨਾ ਉਹ ਆਪਣੇ ਅੰਦਰ ਰਿੱਧੀਆਂ ਸਿੱਧੀਆਂ ਨੂੰ ਥਾਂ ਨਹੀਂ ਦਿੰਦੇ। ਹਿਰਦੇ ਵਿੱਚ ਉਹਨਾਂ ਦੇ ਕੀ ਟਿਕਦਾ ਹੈ? ਮਹਾਰਾਜ ਕਹਿੰਦੇ ਸੁਖਮਨੀ ਸਾਹਿਬ ਟਿਕ ਜਾਂਦੀ ਉਹਨਾਂ ਦੇ ਅੰਦਰ। ਰਿੱਧੀਆਂ ਸਿੱਧੀਆਂ ਸੁਤੇ ਵਰਤਦੀਆਂ ਰਹਿੰਦੀਆਂ ਉਹਨਾਂ ਦੇ ਕੋਲ, ਪਰ ਆਪਣੇ ਕੋਲ ਹਿਰਦੇ ਵਿੱਚ ਥਾਂ ਜਿਹੜਾ ਨਾ ਉਹ ਨਾਮ ਨੂੰ ਦਿੰਦੇ ਐ, ਹੋਰ ਕਿਸੇ ਚੀਜ਼ ਨੂੰ ਹਿਰਦੇ ਵਿੱਚ ਨਹੀਂ ਵਸਾਉਂਦੇ। ਜਿਵੇਂ ਭਾਈ ਗੜੀਆ ਜੀ ਦੇ ਵੱਲ ਵੇਖ ਕੇ ਮੀਆਂ ਦੌਲੇ ਨੇ ਸ਼ੰਕਾ ਕੀਤੀ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਭਾਈ ਗੜੀਆ ਜੀ ਕਸ਼ਮੀਰ ਨੂੰ ਭੇਜਿਆ ਸੀ ਹਜੂਰ ਨੇ। ਰਸਤੇ ਵਿੱਚ ਗੁਜਰਾਤ ਦਾ ਰਹਿਣ ਵਾਲਾ ਮੀਆਂ ਦੌਲਾ ਬੜਾ ਕਰਾਮਾਤੀ ਸੀ, ਬੜੀ ਰਿੱਧੀ ਸਾ ਬਲ ਸੀ ਇਹਦੇ ਕੋਲ, ਤੇ ਭਾਈ ਸਾਹਿਬ ਜੀ
ਜਦੋਂ ਰਾਤ ਇਹਦੇ ਕੋਲ ਰਹੇ ਬੜਾ ਪ੍ਰਸੰਨ ਹੋਇਆ ਏ, ਬੜਾ ਖੁਸ਼ ਹੋਇਆ। ਸਵੇਰੇ ਜਦੋਂ ਭਾਈ ਸਾਹਿਬ ਮੰਜ਼ਲ ਨੂੰ ਤੁਰਨ ਲੱਗੇ ਤੇ ਸਤਿਕਾਰ ਨਾਲ ਤੋਰਨ ਵਾਸਤੇ ਇਹ ਨਾਲ ਆਵੇ ਤੇ ਭਾਈ ਗੜੀਆ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ ਤੇ ਭਾਈ ਸਾਹਿਬ ਤੋਂ ਪਿੱਛੇ ਤੁਰਦਾ ਸੀ ਮਹਾਰਾਜ ਦੀ ਬਾਣੀ ਸੁਣਦਾ ਹੋਇਆ। ਜਦੋਂ ਇਹਨੇ ਆ ਪੰਕਤੀਆਂ ਸੁਣੀਆਂ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ, ਉਦੋਂ ਮੀਆਂ ਦੌਲਾ ਕਹਿਣ ਲੱਗਾ ਕਿ ਮਹਾਰਾਜ ਮੈਂ ਜਾਣ ਲਿਆ ਕਿ ਪਵਿੱਤਰ ਬਾਣੀ ਕਿੱਥੇ ਟਿਕਦੀ ਹੈ। ਮੀਆਂ ਦੌਲਾ ਬੜਾ ਪ੍ਰਭਾਵਿਤ ਹੋਇਆ, ਸੁਣਦਾ ਸੁਣਦਾ ਬਾਣੀ ਤੁਰਿਆ ਆਉਂਦਾ। ਮਨ ਵਿੱਚ ਖਿਆਲ ਆਇਆ ਭਾਈ ਸਾਹਿਬ ਦੀ ਟੁੱਟੀ ਜੁੱਤੀ ਵੱਲ ਵੇਖ ਕੇ ਕਿ ਸਿੱਖ ਬਾਣੀ ਤਾਂ ਬੜੀ ਪੜ੍ਹਦਾ ਹੈ ਪਰ ਵਿਚਾਰੇ ਦੀ ਜੁੱਤੀ ਟੁੱਟੀ ਹੈ। ਤੇ ਉੱਡ ਉੱਡ ਕੇ ਮਿੱਟੀ ਉਹ ਭਾਈ ਸਾਹਿਬ ਦੀ ਪਿੰਜਣੀਆਂ ਤੇ ਪੈ ਰਹੀ ਸੀ। ਵੇਖ ਕੇ ਨਾ ਮੀਆਂ ਦੌਲੇ ਨੇ ਖਿਆਲ ਕੀਤਾ ਕਿ ਮੈਂ ਆਪਦੀ ਸਿੱਧੀ ਦੀ ਸ਼ਕਤੀ ਨਾਲ ਇਹਨਾਂ ਨੂੰ ਜੁੱਤੀ ਨਵੀਂ ਲੈ ਦਿਆਂ। ਗੁਰੂ ਸਾਹਿਬ ਨੇ ਜਿਹੜਾ ਇਹਨਾਂ ਨੂੰ ਸ਼ਾਇਦ ਰਿੱਧੀ ਸਿੱਧੀ ਦਾ ਬਲ ਨਹੀਂ ਦਿੱਤਾ। ਬਾਹਰੀ ਅਵਸਥਾ ਸਿੱਖ ਦੀ ਵੇਖ ਕੇ ਤੇ ਇਹ ਮੀਆਂ ਦੌਲੇ ਨੇ ਸ਼ੰਕਾ ਕੀਤੀ। ਭਾਈ ਸਾਹਿਬ ਅੰਤਰਜਾਮਤਾ ਨਾਲ ਬੁੱਝ ਕੇ ਕਿ ਮੀਆਂ ਦੌਲਾ ਕੀ ਕਹਿੰਦਾ ਹੈ, ਕੀ ਸੋਚ ਰਿਹਾ ਹੈ। ਤੇ ਹੁਣ ਸ਼ੰਕਾ ਸਿੱਖ ਤੇ ਕਰਦੇ ਤਾਂ ਸ਼ਾਇਦ ਨਾ ਹੀ ਉੱਤਰ ਦਿੰਦੇ, ਆਪਣੇ ਆਪ ਵਿੱਚ ਨਿਮਾਣੇ ਬਣ ਕੇ ਰਹਿੰਦੇ ਆ ਸਿੱਖ ਮਹਾਰਾਜ ਦੇ। ਪਰ ਗੁਰੂ ਸਾਹਿਬ ਦੀ ਬਾਬਤ ਸ਼ੰਕਾ ਕਰ ਲਿਆ ਕਿ ਗੁਰੂ ਸਾਹਿਬ ਨੇ ਸ਼ਾਇਦ ਸਿੱਖ ਨੂੰ ਰਿੱਧੀ ਸਿੱਧੀ ਦਾ ਬਲ ਹੀ ਨਹੀਂ ਦਿੱਤਾ। ਤੇ ਭਾਈ ਗੜੀਆ ਜੀ ਨੇ ਕਿਹਾ, ਉਹ ਮੀਆਂ ਕੀ ਸ਼ੰਕਾ ਕਰਦਾ, ਤੂੰ ਆਪਣੀ ਸਿੱਧੀ ਦਾ ਹੰਕਾਰ ਕਰਦਾ। ਗੁਰੂ ਸਾਹਿਬ ਨੇ ਮੇਰੇ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰੱਖਿਆ। ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਇਸ ਬਾਣੀ ਦੀ ਪ੍ਰੀਤ ਦਿੰਦੇ ਆ, ਸਿਮਰਨ ਦੀ ਬਰਕਤ ਦਿੰਦੇ ਆ, ਉਹਨਾਂ ਕੋਲੋਂ ਕੁਝ ਵੀ ਮਹਾਰਾਜ ਦਾ ਲੁਕਿਆ ਹੋਇਆ ਨਹੀਂ। ਸਾਰੀ ਸ਼ਕਤੀ ਮਹਾਰਾਜ ਉਹਨਾਂ ਦੇ ਹੱਥ ਤੇ ਧਰ ਦਿੰਦੇ ਆ ਸੱਚੇ ਪਾਤਸ਼ਾਹ। ਤੇ ਮੀਆਂ ਦੌਲੇ ਨੂੰ ਕ੍ਰਿਸ਼ਮਾ ਵਿਖਾਉਣ ਲਈ ਫਿਰ ਭਾਈ ਗੜੀਆ ਜੀ ਨੇ ਕਿਹਾ, ਨਾ ਧਰਤੀ ਤੇ ਨਿਗਾਹ ਮਾਰ ਜਿੱਥੇ ਖਲੋਤਾ ਦੋਵੇਂ ਲੱਤਾਂ ਦੇ ਭਾਰ। ਜਦੋਂ ਨਿਗਾਹ ਮਾਰੀ ਸਾਰਾ ਥੇ ਸੋਨੇ ਦਾ ਬਣਿਆ ਵੇਖ ਕੇ ਮੀਆਂ ਦੌਲਾ ਦੰਗ ਰਹਿ ਗਿਆ। ਹੀਰੇ ਜਵਾਹਰਾਤ ਠੀਕਰੀਆਂ ਜਿਹੜੇ ਸੀ ਰੋੜ ਹੀਰੇ ਜਵਾਹਰਾਤਾਂ ਦੀ ਤਰ੍ਹਾਂ ਚਮਕਦੇ ਵੇਖੇ। ਚਰਨੀ ਪੈ ਕੇ ਕਹਿਣ ਲੱਗਾ, ਗੁਰੂ ਕਾ ਸਿੱਖਾ ਐਡਾ ਬਲ ਸ਼ਕਤੀ ਦਾ, ਐਡੀ ਸਿੱਧੀ ਦਾ ਮਾਲਕ ਹੈ ਤੂੰ, ਤੇ ਫਿਰ ਇਹ ਤੇਰੀ ਜੁੱਤੀ ਕਿਉਂ ਟੁੱਟੀ ਹੈ। ਭਾਈ ਗੜੀਆ ਜੀ ਕਹਿੰਦੇ ਤੇ ਕੀ ਆ, ਮੈਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਤੁਰਿਆ ਤੇ ਤੁਰਦਿਆਂ ਆਉਂਦਿਆਂ ਟੁੱਟ ਗਈ ਹੈ। ਕਹਿੰਦਾ ਫਿਰ ਇਹ ਤੁਸੀਂ ਇੰਨੀ ਗਰੀਬੀ 'ਚ ਕਿਉਂ ਰਹਿੰਦੇ ਹੋ। ਕਹਿੰਦੇ ਮਹਾਰਾਜ ਦੀ ਆਗਿਆ ਰੱਖ ਗਰੀਬੀ ਵੇਸ। ਅਸੀਂ ਬਾਹਰੋਂ ਗਰੀਬੀ ਵਾਲਾ ਹੀ ਵੇਸ ਰੱਖਣਾ, ਜਿਹੜਾ ਦਿਖਾਵੇ ਨਾ ਬਾਹਲਾ ਆਪਣੀ ਸ਼ੌਹਰਤ ਨੂੰ, ਉਹਦੇ ਕੋਲ ਫਿਰ ਇਹ ਚੀਜ਼ ਟਿਕਦੀ ਨਹੀਂ, ਇਹ ਰਹਿੰਦੀ ਨਹੀਂ। ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਆਗਿਆ ਹੈ, ਅਜਰ ਸ਼ਕਤੀ ਨੂੰ ਆਪਣੇ ਅੰਦਰ ਜਰਨਾ, ਨਾਮ ਨੂੰ ਗ੍ਰਹਿਣ ਕਰਕੇ ਰੱਖਣਾ। ਇਸ ਕਰਕੇ ਭਾਈ ਗੜੀਆ ਜੀ ਨੇ ਕਿਹਾ ਕਿ ਜਿਹੜੀ ਸਤਿਗੁਰੂ ਜੀ ਦੀ ਪਵਿੱਤਰ ਨਾਮ ਦੀ ਬਰਕਤ ਹੈ ਨਾ, ਸਾਨੂੰ ਤਾਂ ਉਹੋ ਹੀ ਪਿਆਰੀ ਲੱਗਦੀ ਹੈ। ਸੁਖਮਨੀ ਸਾਹਿਬ ਦਾ ਪਾਠ ਕਰਦੇ ਕਿੰਨੀ ਪ੍ਰੀਤ ਨਾਲ, ਇੰਨੀ ਸ਼ਕਤੀ ਹੈ, ਫਿਰ ਵੀ ਬਾਹਰੋਂ ਗਰੀਬੀ ਰੱਖੀ ਹੈ, ਨਿਮਰਤਾ ਰੱਖੀ ਹੈ। ਇਉਂ ਉਹ ਸਾਧੂ ਵੇਖ ਕੇ, ਜਿਹੜਾ ਫਕੀਰ ਮੀਆਂ ਦੌਲਾ ਵੇਖ ਕੇ ਦੰਗ ਰਹਿ ਗਿਆ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਿੱਖ ਇਹੋ ਜਿਹੇ ਹੈ ਜਿਨ੍ਹਾਂ ਦੇ ਅੰਦਰ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਵਿਸ਼ਰਾਮ ਹੁੰਦਾ ਹੈ, ਟਿਕਦੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਭਗਤਾਂ ਜਨਾਂ ਦੇ ਮਨ ਨੂੰ ਇਹ ਵਿਸ਼ਰਾਮ ਦੇਣ ਵਾਲੀ ਹੈ, ਅਸਥਿਤੀ ਦੇਣ ਵਾਲੀ ਹੈ, ਟਿਕਾ ਦੇਣ ਵਾਲੀ ਹੈ ਪਵਿੱਤਰ ਬਾਣੀ। ਇਹਦੇ ਨਾਲ ਗੁਰਮੁਖਾਂ ਦਾ ਮਨ ਠਹਿਰ ਜਾਂਦਾ ਹੈ, ਰੁਕ ਜਾਂਦਾ ਹੈ। ਤੇ ਸਾਧ ਸੰਗਤ ਜੀ, ਭਾਈ ਦਇਆਲਾ ਜੀ ਸੁਖਮਨੀ ਸਾਹਿਬ ਦੇ ਬਿਆਸੀ ਸੀ। ਜਦੋਂ ਉਹਨਾਂ ਨੂੰ ਦੇਗੇ 'ਚ ਉਬਾਲਾ ਦਿੱਤਾ ਜਾਣ ਲੱਗਾ ਸੀਗਾ, ਭਾਈ ਸਾਹਿਬ ਜੀ ਚੌਂਕੜੇ ਤੋਂ ਉੱਠਦੇ ਹੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਦਿੱਤਾ ਸੀ। ਜਦੋਂ ਖੌਲ ਦੇ ਜਲ ਵਿੱਚ ਚਰਨ ਧਰ ਰਹੇ ਸੀ, ਉਦੋਂ ਇਹ ਪੰਕਤੀਆਂ ਪੜ੍ਹ ਰਹੇ ਸੀ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਖੌਲ ਦਾ ਜਲ ਸੀਤਲ ਹੋ ਗਿਆ ਸੀ। ਭਾਈ ਸਾਹਿਬ ਜੀ ਇੰਨੀ ਪ੍ਰੀਤ ਨਾਲ ਬਾਣੀ ਪੜ੍ਹਦੇ ਸਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ ਹਜੂਰ ਕਹਿੰਦੇ ਆ, ਭਗਤਾਂ ਦੇ ਮਨ ਵਿੱਚ ਵਿਸ਼ਰਾਮ ਕਰਨ ਵਾਲੀ ਹੈ, ਟਿਕਣ ਵਾਲੀ ਹੈ। ਰਹਾਉ ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ। ਰਹਾਉ ਦੀਆਂ ਪੰਕਤੀਆਂ ਇਹ ਦੋਵੇਂ, ਇਹ ਸਾਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸਤਿਗੁਰਾਂ ਜੀ ਨੇ ਸਾਰ ਅੰਸ਼ ਕਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿਧਾਂਤ ਕਥਨ ਕੀਤਾ ਹੈ, ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਹੁਣ ਮਹਾਰਾਜ ਜੀ ਸਿਮਰਨ ਦਾ ਸਤਿਗੁਰੂ ਜੀ ਫਲ ਦੱਸਦੇ ਐ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਇਹ ਸਾਧ ਸੰਗਤ ਜੀ, ਜੋ ਮਹਾਰਾਜ ਕੱਕੇ ਨੂੰ ਦਲਾਵਾਂ ਲਾ ਕੇ ਕੈ ਉਚਾਰਨ ਕੀਤਾ ਨਾ, ਜਦੋਂ ਆਪਾਂ ਅਗਿਆਤ ਪੜ੍ਹਦੇ ਆ ਨਾ,
ਜਥੇਬੰਦਕ ਹੋ ਕਰਕੇ ਜਿਵੇਂ ਇਕੱਠੇ ਜੋਟੀਆਂ ਵਿੱਚ ਉਦੋਂ ਫਿਰ ਪ੍ਰਭ ਕੇ ਸਿਮਰਨ ਉਹ ਕੇ ਪੜ੍ਹੀ ਜਾਂਦੇ ਆ। ਤੇ ਇਹਦੇ ਨਾਲ ਜੇ ਕੇ ਪੜ੍ਹੀਏ ਨਾ ਤੇ ਉਹਦਾ ਅਰਥ ਇਹ ਸਮਝਣਾ ਕਿ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਗਰਭ 'ਚ ਨਹੀਂ ਵਸੀਦਾ, ਤੇ ਹੋਰ ਵੀ ਕੋਈ ਸਾਧਨ ਹੈਗੇ ਆ ਜਿਨ੍ਹਾਂ ਨਾਲ ਗਰਭ 'ਚ ਨਹੀਂ ਪੈਣਾ ਪੈਂਦਾ। ਪਰ ਜਿਹੜਾ ਕਹਿ ਹੈ ਨਾ ਉਹ ਨਿਸ਼ਚੇ ਵਾਚਕ ਹੈ ਕਿ ਇੱਕੋ ਇੱਕ ਵਾਹਿਗੁਰੂ ਦਾ ਸਿਮਰਨ ਹੈ ਜਿਹਦੇ ਨਾਲ ਗਰਭ 'ਚ ਨਹੀਂ ਵਸੀਦਾ। ਬਾਕੀ ਸਾਰੇ ਸਾਧਨ ਕਰਨੇ ਕਰਕੇ ਗਰਭ 'ਚ ਪੈਣਾ ਹੀ ਪੈਂਦਾ ਹੈ। ਕਹਿ ਦਾ ਅਰਥ ਸਮਝਣਾ ਕਿ ਕੇਵਲ ਤੇ ਕੇਵਲ ਨਿਸ਼ਚੇ ਵਾਚਕ ਪ੍ਰਭੂ ਦਾ ਸਿਮਰਨ ਹੀ ਹੈ ਜਿਹਦੇ ਕਰਕੇ ਗਰਭ 'ਚ ਨਹੀਂ ਪਈਦਾ। ਤੇ ਜੇ ਕੇ ਪੜ੍ਹਦੇ ਹੋ ਤੇ ਫਿਰ ਕੋਈ ਹੋਰ ਵੀ ਸਾਧਨ ਹਨ, ਹੋਰ ਸਾਧਨ ਨਹੀਂ ਹਨ ਕੋਈ ਵੀ। ਇੱਕੋ ਇੱਕ ਨਾਮ ਦੇ ਜਪਣ ਦਾ ਸਾਧਨ ਹੈ। ਤੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਕਿੰਨੇ ਗਰਭ ਦੇ ਦੁੱਖ ਨੇ। ਤੇ ਮਾਤਾ ਦੇ ਉਦਰ ਵਿੱਚ ਸਾਧ ਸੰਗਤ ਜੀ 9 ਮਹੀਨੇ ਪੁੱਠੇ ਲਟਕਣਾ ਪੈਂਦਾ ਹੈ। ਨਾੜੂਏ ਰਾਹੀਂ ਸਾਰਾ ਭੋਜਨ ਜਿਹੜਾ ਹੈ ਉਹ ਜਾਂਦਾ ਹੈ। ਮਾਤਾ ਦਾ ਖਾਧਾ ਹੋਇਆ ਜਿੱਥੇ ਰੋੜ ਵੀ ਹਜਮ ਹੋ ਜਾਂਦਾ ਹੈ। ਇਹੋ ਜੀ ਅੱਗ ਵਿੱਚ ਜਠਰ ਅਗਨੀ ਦੇ ਅੰਦਰ ਫੁੱਲ ਦੇ ਨਾਲੋਂ ਵੀ ਨਰਮ ਸਰੀਰ ਜਿਹੜਾ ਪੱਕਦਾ ਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੇਗਾ ਨਾ ਤੇ ਕਹਿ ਨਿਸ਼ਚੇ ਕਰਕੇ ਹਜੂਰ ਕਹਿੰਦੇ ਜਾਣ ਲੈ ਮਾਤਾ ਦੇ ਗਰਭ ਦੇ ਦੁੱਖ ਨਹੀਂ ਫਿਰ ਸਹਾਰੇਗਾ। ਮਾਤਾ ਦੇ ਗਰਭ ਦੇ ਦੁੱਖ ਤੈਨੂੰ ਸਹਾਰਨੇ ਹੀ ਨਹੀਂ ਪੈਣਗੇ। ਉਧਰ ਵਿੱਚ ਆ ਕਰਕੇ ਪੁੱਠਾ ਲਟਕਣ ਤੋਂ ਬਚ ਜਾਵੇਂਗਾ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਫਿਰ ਜਿੰਨੇ ਵੀ ਮਹਾਰਾਜ ਕਹਿੰਦੇ ਦੁੱਖ ਨੇ ਜੰਮਣ ਮਰਨ ਦੇ ਤੇ ਜਮ ਦੀਆਂ ਪੀੜਾਂ ਹਨ ਉਹ ਸਾਰੀਆਂ ਨਾਸ਼ ਹੋ ਜਾਣਗੀਆਂ, ਖਤਮ ਹੋ ਜਾਣਗੀਆਂ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਵਾਹਿਗੁਰੂ ਦੇ ਸਿਮਰਨ ਵਿੱਚ ਇੰਨੀ ਸ਼ਕਤੀ ਹੈ ਜੋ ਸੁੱਧ ਭੂਮਾ ਰੂਪੀ ਬ੍ਰਹਮ ਹੈ ਨਾ ਵਾਹਿਗੁਰੂ, ਉਹਦੇ ਨਿਸ਼ਚੇ ਕਰਕੇ ਉਹਦੇ ਸਿਮਰਨ ਵਿੱਚ ਮਹਾਰਾਜ ਕਹਿੰਦੇ ਏਡੀ ਸ਼ਕਤੀ ਹੈ ਕਿ ਕੀ ਬਖਸ਼ਿਸ਼ ਮਿਲਦੀ ਹੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਕਾਲ ਜਿਹੜਾ ਨਾ ਉਹਨੂੰ ਵੀ ਸਾਧ ਸੰਗਤ ਜੀ ਪਰਹਰੈ ਨਾਸ਼ ਕਰ ਦਿੰਦੇ ਆ। ਕਾਲ ਵੀ ਜਿਹੜਾ ਮੌਤ ਵੀ ਜਿਹੜੀ ਹੈ ਨਾ ਉਹ ਆਣ ਕਰਕੇ ਵਿਆਪ ਨਹੀਂ ਸਕਦੀ। ਜਦੋਂ ਰਾਜਾ ਖੜਗਸੈਨ ਦਾ ਪ੍ਰਸੰਗ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਲਿਖਿਆ ਕਿ ਕੋਈ ਵੀ ਸ਼ੇਸ਼ ਦਿਨੇਸ਼ ਸੁਰੇਸ਼ ਕੋਈ ਐਸਾ ਜਿਨ ਖੜਗਸੈਨ ਕੋਲੋਂ ਸ਼ਿਕਸਤ ਨਾ ਪਾਈ ਹੋਵੇ। ਜੋ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਸਭ ਹਾਰ ਗਏ ਲੜਦੇ ਹੋਏ, ਕੋਈ ਇਹਦੇ ਸਾਹਮਣੇ ਅੜ ਨਾ ਸਕੇ। ਫਿਰ ਮੌਤ ਯਮਰਾਜ ਵੀ ਇਹਦੇ ਸਾਹਮਣੇ ਨਾ ਖਲੋ ਸਕਣ। ਤੇ ਬਲਭੱਦਰ ਨੇ ਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਗੱਲ ਕੀ ਹੈ ਮਹਾਰਾਜ, ਕਿਸੇ ਕੋਲੋਂ ਮਰਦਾ ਨਹੀਂ ਹੈ ਰਾਜਾ ਖੜਗਸੈਨ। ਤੇ ਕ੍ਰਿਸ਼ਨ ਜੀ ਕਹਿੰਦੇ ਵਾਹਿਗੁਰੂ ਦੀ ਬੰਦਗੀ ਦਾ ਪ੍ਰਤਾਪ ਹੈ, ਇਹ ਨਾਮ ਦਾ ਪ੍ਰਤਾਪ ਹੈ। ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੇ ਜਿਹੜੀ ਸ਼ਕਤੀ ਸਿਮਰਨ ਕਰਕੇ ਆਉਂਦੀ ਹੈ ਨਾ ਉਹਦੀ ਸ਼ਕਤੀ ਦਾ ਮੁਜੱਸਮਾ ਪ੍ਰਤੱਖ ਸੰਸਾਰ ਨੂੰ ਦਿਖਾਇਆ। ਭਾਈ ਦਇਆਲ ਸਿੰਘ ਜੀ ਸ਼ਹੀਦੀ ਮਿਸਲ ਦੇ ਜਰਨੈਲ ਹੋਏ ਐ। ਇਹਨਾਂ ਦੇ 7 ਗੋਲੀਆਂ ਸਿਰ ਵਿੱਚ ਖੋਪੜੇ ਵਿੱਚ ਵੱਜ ਗਈਆਂ ਸੀ ਤਾਂ ਵੀ ਜੰਗ ਲੜਦਿਆਂ ਹੋਇਆਂ ਨੇ ਜਿੰਨਾ ਚਿਰ ਫਤਿਹ ਨਹੀਂ ਹੋਈ ਸ਼ਹੀਦੀ ਨਾ ਪ੍ਰਾਪਤ ਕੀਤੀ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਪ੍ਰਤੱਖ ਮਿਸਾਲ ਹੈ ਸਾਡੇ ਸਾਹਮਣੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹੋ ਜੀ ਕਿਰਪਾ, ਸੀਸ ਤਲੀ ਤੇ ਧਰ ਕੇ ਯੁੱਧ ਕੀਤਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਾਲ ਨੂੰ ਵੀ ਨਾਸ਼ ਕਰ ਦਿੰਦੇ ਆ, ਕਾਲ ਨੂੰ ਵੀ ਪਰਹਰਨ ਕਰ ਦਿੰਦੇ, ਪਰਾਂ ਸੁੱਟ ਦਿੰਦੇ ਆ। ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ ਹੈ, ਉਹ ਅਮਰ ਪਦਵੀ ਨੂੰ ਪਹੁੰਚ ਜਾਂਦੇ ਆ ਵਾਹਿਗੁਰੂ ਦੇ ਸਿਮਰਨ ਦੀ ਤਾਕਤ ਨਾਲ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਤੇ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਜਿਨ੍ਹਾਂ ਨਾਲ ਤੂੰ ਉਲਝਿਆ ਰਹਿਣਾ ਹੈ ਕਿ ਤੇਰਾ ਕਿਤੇ ਨੁਕਸਾਨ ਨਾ ਕਰ ਦੇਣ, ਤੂੰ ਉਹਨਾਂ ਦੀ ਬੜੀ ਫਿਕਰ ਕਰਦਾ ਹੈ ਕਿ ਇਹਨੇ ਮੇਰੇ ਕੋਲ ਬਦਲਾ ਲੈਣਾ, ਕਿਤੇ ਮੈਨੂੰ ਮਾਰੇ ਨਾ। ਜਿਨ੍ਹਾਂ ਦੁਸ਼ਮਣਾਂ ਦਾ ਤੂੰ ਭੈ ਕਰਦਾ ਨਾ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਗਿਆ ਤੇ ਉਹ ਦੁਸ਼ਮਣ ਪ੍ਰਤੱਖ ਤੇਰੇ ਟਲ ਜਾਣਗੇ। ਉਹ ਕਹਿਣਾ ਵਾਹਿਗੁਰੂ ਦਾ ਭਗਤ ਬਣ ਗਿਆ ਭਈ ਹੁਣ ਇਹਦੇ ਨਾਲ ਕੀ ਅਸੀਂ ਵੈਰ ਕਰਨਾ ਹੈ। ਫਿਰ ਸਾਧ ਸੰਗਤ ਜੀ ਜਿਹੜੇ ਕਾਮ ਆਦਿਕ ਦੁਸ਼ਮਣ ਹਨ ਇਹ ਵੀ ਟਲ ਜਾਂਦੇ ਆ। ਜਿਵੇਂ ਹੋਤੀ ਵਾਲੇ ਮਹਾਂਪੁਰਖਾਂ ਕੋਲ ਸ੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਕੋਲ ਇੱਕ ਪਠਾਨ ਆਇਆ ਸੀ ਮੰਦੀ ਇੱਛਾ ਲੈ ਕਰਕੇ। ਤੇ ਮਹਾਂਪੁਰਖਾਂ ਕਿਹਾ ਭਾਈ ਤੈਨੂੰ ਨਰਕਾਂ 'ਚ ਨਹੀਂ ਪੈਣ ਦੇਣਾ, ਤੂੰ ਐਂ ਕਰ ਆ ਗੁਰੂ ਨਾਨਕ ਸਾਹਿਬ ਦੀ ਕਲਾਮ ਹੈ ਮੂਲ ਮੰਤਰ ਇਹ ਪੜ੍ਹਿਆ ਕਰ, ਮਸੀਤ ਵਿੱਚ ਬਹਿ ਕੇ ਪੜ੍ਹਿਆ ਕਰ। ਤੇ ਜਦੋਂ ਸਾਧ ਸੰਗਤ ਜੀ ਪੜ੍ਹਦੇ ਨੂੰ ਥੋੜੇ ਦਿਨ ਹੋਏ ਜਿਹੜੇ ਦੁਸ਼ਮਣ ਸੀ ਪ੍ਰਤੱਖ ਉਹਦੇ ਨਾਲ ਵੈਰ ਕਰਨ ਵਾਲੇ
ਉਹ ਸਾਰੇ ਉਹਦਾ ਹਾਲ ਚਾਲ ਪੁੱਛਣ ਲੱਗ ਪਏ, ਪ੍ਰੇਮ ਕਰਨ ਲੱਗ ਗਏ। ਕਹਿੰਦਾ ਬਈ ਤੁਸੀਂ ਤਾਂ ਮੇਰੇ ਵੈਰੀ ਸੀ। ਕਹਿਣ ਲੱਗੇ ਵੈਰ ਹੁਣ ਛੱਡਤਾ ਅਸੀਂ, ਤੂੰ ਤਾਂ ਅੱਲਾ ਦੀ ਇਬਾਦਤ ਕਰਨ ਲੱਗ ਗਿਆ, ਕੀ ਵੈਰ ਕਰਨਾ ਹੁਣ ਤੇਰੇ ਨਾਲ। ਤੇ ਜਿਹੜੀ ਉਹਦੀ ਮੰਦੀ ਵਾਸ਼ਨਾ ਸੀ ਨਾ ਸਾਧ ਸੰਗਤ ਜੀ, 30-35 ਦਿਨਾਂ ਤੱਕ ਉਹ ਸਾਰੇ ਫੁਰਨੇ ਮਿਟ ਗਏ। ਜਿਸ ਕਰਕੇ ਸੰਕਲਪ ਕੀਤਾ ਸੀ ਉਹਨੂੰ ਆਪਣੀ ਪੁੱਤਰੀ ਜਾਣਿਆ, ਮਹਾਂਪੁਰਖਾਂ ਕੋਲ ਆ ਗਿਆ। ਕਹਿਣ ਲੱਗਾ ਮਹਾਰਾਜ ਮੇਰੇ ਤਾਂ ਮਨ ਦੇ ਸੰਕਲਪ ਹੀ ਬਦਲ ਗਏ। ਕਹਿਣ ਲੱਗੇ ਭਾਈ ਇਹ ਗੁਰੂ ਨਾਨਕ ਸਾਹਿਬ ਦੇ ਸਿਮਰਨ 'ਚ ਬਰਕਤ ਵਾ। ਤੇਰੇ ਬਾਹਰਲੇ ਵੈਰੀ ਵੀ ਦੁਸ਼ਮਣ ਜਿਹੜੇ ਆ ਉਹ ਟਲ ਗਏ ਆ, ਤੇਰੇ ਅੰਦਰਲੇ ਵੈਰੀ ਵੀ ਕਾਮ ਕ੍ਰੋਧ ਜਿਹੜੇ ਆ ਉਹ ਤੇਰੇ ਤੋਂ ਟਲ ਗਏ ਆ, ਨਾਸ਼ ਹੋ ਜਾਂਦੇ। ਵਾਹਿਗੁਰੂ ਦਾ ਸਿਮਰਨ ਕਰਕੇ ਨਿਸ਼ਚਾ ਕਰਨਾ ਕਰੋ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ। ਫਿਰ ਵਾਹਿਗੁਰੂ ਦਾ ਸਿਮਰਨ ਐਸਾ ਹੈ, ਜਦੋਂ ਕੋਈ ਸਾਧ ਸੰਗਤ ਜੀ ਹੋਰ ਸਾਧਨ ਕਰਨ ਲੱਗਦਾ ਨਾ, ਬੜੇ ਦੋਸ਼ ਬਿਰਤੀ ਵਿੱਚ ਆ ਕਰਕੇ ਵਿਆਪਦੇ ਆ, ਵਿਘਨ ਬੜੇ ਲੱਗਦੇ ਆ। ਕਈ ਤਰ੍ਹਾਂ ਦੇ ਖਾਏ ਦੋਸ਼ ਆਦਿਕ ਵਿਘਨ ਪੈਂਦੇ ਆ, ਜੀਵ ਟਿਕਦਾ ਨਹੀਂ। ਭਜਨ ਕਰਨ ਲੱਗਿਆ ਕਈ ਘਰਾਂ ਵਿੱਚ ਜਿਹੜੇ ਕੋਈ ਭਜਨ ਕਰਨ ਵਿੱਚ ਤੁਰਦੇ ਆ ਨਾ, ਉਹ ਸ਼ਿਕਾਇਤ ਕਰਦੇ ਆਪਣੇ ਉਸ ਮੈਂਬਰ ਬਾਰੇ ਕਿ ਬਾਬਾ ਜੀ ਇਹ ਨਿਤਨੇਮ ਤੇ ਕਰਦਾ ਪਰ ਕ੍ਰੋਧ ਇਹਨੂੰ ਸਭ ਤੋਂ ਜ਼ਿਆਦਾ ਆਉਂਦਾ, ਇਹ ਗੁੱਸੇ ਨਾਲ ਸਾਡੇ ਨਾਲ ਲੜਦਾ ਬੜਾ। ਤੇ ਉਹ ਸਾਧ ਸੰਗਤ ਜੀ ਇਹ ਵਿੱਚ ਦੋਸ਼ ਆ ਕਰਕੇ ਵਿਘਨ ਪਾਉਂਦੇ ਆ, ਕਈ ਪ੍ਰਕਾਰ ਦੇ ਵਿਘਨ ਪੈਂਦੇ ਆ। ਪਰ ਜਦੋਂ ਪ੍ਰਭੂ ਦਾ ਸਿਮਰਨ ਕਰਨ ਲੱਗ ਜਾਈਏ ਨਾ, ਮਹਾਰਾਜ ਕਹਿੰਦੇ ਕੋਈ ਵਿਘਨ ਵਿਆਪਦਾ ਹੀ ਨਹੀਂ। ਫਿਰ ਸਿਮਰਨ ਆਪ ਹੀ ਵਿਘਨਾਂ ਨੂੰ ਕੱਟ ਦਿੰਦਾ। ਸਾਰੇ ਖਾਏ ਦੋਸ਼ ਆਦਿਕ ਵਿਘਨ ਵੀ ਜਿਹੜੇ ਆ ਨਾ ਉਹ ਨਾਸ਼ ਹੋ ਜਾਂਦੇ। ਇਸੇ ਪ੍ਰਕਾਰ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ। ਪ੍ਰਭੂ ਦੇ ਨਾਮ ਨੂੰ ਸਿਮਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਕਹਿੰਦੇ ਰਸਨਾ ਤੋਂ ਹੀ ਸਿਮਰਨ ਲੱਗ ਜਾਓ ਤੇ ਕੋਈ ਵਿਘਨ ਮਹਾਰਾਜ ਕਹਿੰਦੇ ਭਾਈ ਨਹੀਂ ਵਿਆਪਦਾ। ਵਿਘਨਾਂ ਨੂੰ ਨਾਮ ਆਪ ਹੀ ਕੱਟਣ ਲੱਗ ਜਾਂਦਾ ਹੈ। ਜਦੋਂ ਵਾਹਿਗੁਰੂ ਦੇ ਨਾਮ ਨੂੰ ਅਸੀਂ ਇਸ ਕਦਰ ਜਪੀਏ ਨਾ ਤੇ ਮਹਾਰਾਜ ਸਾਡੇ ਸਾਧ ਸੰਗਤ ਜੀ ਖਾਣ ਦੀ ਵੀ ਫਿਕਰ ਰੱਖਦੇ ਆ। ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਜਦੋਂ ਇੱਥੇ ਆ ਕੇ ਭਜਨ ਕੀਤਾ ਗੋਦਾਵਰੀ ਦੇ ਕੰਢੇ ਤੇ ਜਥੇਦਾਰ ਸਾਹਿਬ ਉਸ ਸਮੇਂ ਉਹਨਾਂ ਨੂੰ ਰਾਤ ਸੁਪਨਾ ਆਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਿਆ ਸਾਡਾ ਪਿਆਰਾ ਉੱਥੇ ਭਜਨ ਕਰਦਾ, ਜਾ ਉਹਨੂੰ ਪ੍ਰਸ਼ਾਦਾ ਛਕਾਓ ਜਾ ਕਰਕੇ। ਇਹ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਸੰਭਾਲ ਕਰਦੇ ਆ। ਕਿਸੇ ਪ੍ਰਕਾਰ ਦੇ ਵੀ ਕੋਈ ਵਿਘਨ ਪੈਂਦੇ ਆ ਉਹਨਾਂ ਨੂੰ ਵਾਹਿਗੁਰੂ ਦਾ ਸਿਮਰਨ ਨਾਸ਼ ਕਰ ਦਿੰਦਾ। ਸਿਮਰਨ ਕਰਦਿਆਂ ਹੋਇਆਂ ਵਿਘਨ ਨਹੀਂ ਵਿਆਪਦੇ ਹਨ। ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਰਾਤ ਦਿਨ ਬਿਰਤੀ ਸਿਮਰਨ ਵਿੱਚ ਜਾਗ ਪੈਂਦੀ ਹੈ। ਰਿਖੀ ਮੁਨੀ ਤਪ ਕਰਦੇ ਹੁੰਦੇ ਸੀ ਨਾ, ਤੇ ਕੋਈ ਅਪਛਰਾਵਾਂ ਭੇਜ ਕੇ ਜਿਵੇਂ ਵਿਸ਼ਵਾਮਿੱਤਰ ਨੂੰ ਡਲਾ ਦਿੱਤਾ ਸੀ, ਵਿਘਨ ਪਾਤਾ ਸੀ ਨਾ ਉਹਦੀ ਤਪੱਸਿਆ ਦੇ ਅੰਦਰ। ਇਉਂ ਸਾਧ ਸੰਗਤ ਜੀ ਸਿਮਰਨ ਕਰਨ ਵਾਲੇ ਦੇ ਵਿਘਨ ਪੈਂਦਾ ਕਿਉਂ ਨਹੀਂ ਹੈ? ਕਿਉਂਕਿ ਉਹ ਸਾਰੀਆਂ ਚੀਜ਼ਾਂ ਨੂੰ ਮਿੱਥਿਆ ਜਾਣ ਲੈਂਦਾ ਸਿਮਰਨ ਦੀ ਬਰਕਤ ਨਾਲ। ਇਸ ਕਰਕੇ ਕੋਈ ਵੀ ਵਿਘਨ ਪਾ ਨਹੀਂ ਸਕਦਾ, ਕਿਸੇ ਪ੍ਰਕਾਰ ਦਾ ਵਿਘਨ ਵਿਆਪਦਾ ਹੀ ਨਹੀਂ ਹੈ ਸਿਮਰਨ ਕਰਨ ਨਾਲ। ਤੇ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਅਨ ਦਿਨ ਹਰ ਵੇਲੇ ਹਰ ਸਮੇਂ ਉਹਦਾ ਮਨ ਜਿਹੜਾ ਨਾ ਅਵਿਦਿਆ ਦੀ ਨੀਂਦ ਤੋਂ ਸੁੱਤਾ ਹੋਇਆ ਜਾਗ ਪੈਂਦਾ ਹੈ। ਹਰ ਵੇਲੇ ਉਹ ਭਜਨ ਵਿੱਚ ਲੱਗ ਜਾਂਦਾ ਹੈ। ਸਿਮਰਨ ਜਨਮਾਂ ਜਨਮਾਂਤਰਾਂ ਦੇ ਸੁੱਤੇ ਪਏ ਨੂੰ ਜਗਾ ਦਿੰਦਾ। ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਬਿਰਤੀ ਜਿਹੜੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਾਗ ਪੈਂਦੀ ਆ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ 7 ਪ੍ਰਕਾਰ ਦਾ ਜਿਹੜਾ ਸਾਧ ਸੰਗਤ ਜੀ ਡਰ ਮੰਨਿਆ ਉਹ ਵੀ ਨਹੀਂ ਕਿਸੇ ਪ੍ਰਕਾਰ ਵਿਆਪਦਾ। ਜੀਵ ਨੂੰ ਭੈ ਲੱਗਦਾ ਰਹਿੰਦਾ ਹੈ ਮੌਤ ਤੋਂ, ਇਹ ਵੀ ਭੈ ਸੱਚੇ ਪਾਤਸ਼ਾਹ ਜੀ ਕਹਿੰਦੇ ਖਤਮ ਹੋ ਜਾਂਦਾ ਹੈ। ਭਉ ਨਹੀਂ ਵਿਆਪਦਾ, ਡਰ ਨਹੀਂ ਵਿਆਪਦਾ। ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਨਿਰਭਉ ਜਪੈ ਸਗਲ ਭਉ ਮਿਟੈ। ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਕਿਸੇ ਪ੍ਰਕਾਰ ਦੁੱਖ ਜਿਹੜਾ ਨਾ ਸੰਗ ਭਲੀ ਪ੍ਰਕਾਰ ਤਪਾਉਂਦੇ ਨਹੀਂ ਹਨ। ਦੁੱਖਾਂ ਕਰਕੇ ਜੀਵ ਤਪਦੇ ਰਹਿੰਦੇ ਐ, ਬੜੇ ਜ਼ਿਆਦੇ ਆਦੀ ਵਿਆਦੀ ਉਪਾਦੀ ਤਾਪ ਚੜੇ ਰਹਿੰਦੇ ਐ। ਵਾਹਿਗੁਰੂ ਦਾ ਸਿਮਰਨ ਕਰਨ ਨਾਲ ਸਦਾ ਚਿੱਤ ਸ਼ਾਂਤ ਹੋ ਜਾਂਦਾ ਹੈ, ਠੰਡ ਪਈ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਭਲੀ ਪ੍ਰਕਾਰ ਚਿੱਤ ਜਿਹੜੇ ਆ ਨਾ ਉਹ ਤਪਦੇ ਨਹੀਂ ਹਨ। ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਵਾਹਿਗੁਰੂ ਦਾ ਸਿਮਰਨ ਮਹਾਰਾਜ ਕਹਿੰਦੇ ਭਾਈ ਜੇ ਕੋਈ ਕਹੇ ਨਾ ਕਿ ਪਹਿਲਿਆਂ ਯੁੱਗਾਂ ਦੀ ਤਰ੍ਹਾਂ ਮੈਂ ਸਮਾਧੀ ਲਾ ਕੇ ਕਰ ਲਾਂਗਾ, ਤੇ ਮਹਾਰਾਜ ਕਹਿੰਦੇ ਉਵੇਂ ਨਹੀਂ ਹੁੰਦਾ। ਪ੍ਰਭੂ ਦਾ ਸਿਮਰਨ ਸਾਧ ਕੈ ਸੰਗ। ਸਾਧੂਆਂ ਦੀ ਸੰਗਤ ਵਿੱਚ ਵਾਹਿਗੁਰੂ ਦੇ ਸਿਮਰਨ ਦੀ ਬਰਕਤ ਪ੍ਰਾਪਤ ਹੁੰਦੀ ਹੈ। ਜਦੋਂ ਸੰਗਤ ਕਰੀਏ ਨਾ ਸਾਧੂਆਂ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਉਦੋਂ ਸਿਮਰਨ ਦੀ ਬਰਕਤ ਮਿਲ ਜਾਂਦੀ।
ਸਿਮਰਨ ਦਾ ਕਿਣਕਾ ਸਤਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਜੇ ਆਪਾਂ ਕਹੀਏ ਨਾ ਕਿ ਮੈਂ ਇਕੱਲਾ ਹੀ ਭਜਨ ਕਰਾਂ, ਤੇ ਸਾਧ ਸੰਗਤ ਜੀ ਵੇਖੋ ਮਨ ਏਡਾ ਕਿ ਜ਼ਿਆਦਾ ਜਿਹੜਾ ਹੈ ਉਹ ਅਹੰਕਾਰੀ ਹੋ ਜਾਂਦਾ ਹੈ ਕਿ ਕਦਾਚਿਤ ਵੀ ਫਿਰ ਭਜਨ ਵਿੱਚ ਤਾਂ ਕੀ ਜੁੜਨਾ, ਇਹਨੂੰ ਇਹ ਇੱਛਾ ਜਾਗਦੀ ਰਹਿੰਦੀ ਹੈ ਸ਼ਾਂਤ ਕੀ ਤਪ ਕਰਕੇ ਕਿ ਲੋਕ ਮੇਰੀ ਸਿਫਤ ਕਰਨ, ਮੇਰੀ ਵਡਿਆਈ ਕਰਨ, ਮੈਨੂੰ ਵੱਡਾ ਗੁਰਮੁਖ ਭਗਤ ਜਿਹੜਾ ਉਹ ਜਾਣਨ ਲੱਗ ਜਾਣ। ਤੇ ਫਿਰ ਵਾਹਿਗੁਰੂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ? ਇਕੱਲੇ ਦੀ ਇੱਛਾ ਜਿਹੜੀ ਹੈ ਨਾ ਉਹ ਸ਼ਾਂਤ ਕੀ ਜਿਹੜਾ ਨਾ ਮਨ ਉਹ ਸ਼ਾਂਤ ਤਾਂ ਹੁੰਦਾ ਹੈ ਪਰ ਆਪਣੀ ਵਡਿਆਈ ਦੀ ਇੱਛਾ ਨਹੀਂ ਮਰਦੀ ਹੈ। ਜਿਵੇਂ ਕੋਈ ਰਿਖੀ ਸੀਗਾ, ਉਹ ਤਪ ਕਰੇ ਬਹੁਤ ਜ਼ਿਆਦਾ, ਤੇ ਜਦੋਂ ਉਹਨੇ 12 ਸਾਲ ਬਾਅਦ ਨਿਕਲਿਆ ਕਰਨਾ ਤੇ ਸਾਰੇ ਰਾਜੇ ਮਹਾਰਾਜਿਆਂ ਉੱਥੇ ਜਾ ਕੇ ਬੜਾ ਜਸ਼ਨ ਕਰਿਆ ਕਰਨਾ। ਕੋਈ ਸਾਧੂ ਸੱਚਮੁੱਚ ਆਏ ਤੇ ਉਹ ਕਹਿਣ ਲੱਗੇ ਕਿ ਮਹਾਰਾਜ ਸਾਡੇ ਇੱਥੇ ਤਪਸਵੀ ਆ 12 ਸਾਲ ਬਾਅਦ ਨਿਕਲਦੇ ਆ, ਜਾਂ ਸਾਲ ਬਾਅਦ ਵੀ ਜ਼ਿਕਰ ਆਉਂਦਾ ਹੈ। ਤੇ ਪਰ ਉਹਨਾਂ ਜ਼ਿਕਰ ਕੀਤਾ ਕਿ ਮਹਾਰਾਜ ਉਹ ਕੁਛ ਨਹੀਂ ਖਾਂਦੇ ਤੇ ਸਮਾਧੀ ਲਾਈ ਰੱਖਦੇ। ਕਹਿੰਦੇ ਰਾਜਾ ਖਾਂਦੇ ਤਾਂ ਉਹ ਹੈਗੇ ਆ, ਮਹਾਰਾਜ ਨਹੀਂ ਤਾਂ ਉਹ ਖਾਂਦੇ ਨਹੀਂ, ਕਹਿੰਦੇ ਉਹ ਵਡਿਆਈ ਦੀ ਖੁਰਾਕ ਖਾਂਦੇ। ਅੱਛਾ ਜੇ ਤੁਸੀਂ ਐਰਕਾਂ ਜਦੋਂ ਉਹਨਾਂ ਦੇ ਨਿਕਲਣ ਦਾ ਵਕਤ ਹੋਇਆ ਨਾ ਜਾਇਓ, ਉਹ ਕੋਈ ਵੀ ਨਾ ਗਿਆ, ਉਹ ਗਮ ਨਾਲ ਹੀ ਮਰ ਗਿਆ ਕਿ ਕੋਈ ਮੈਨੂੰ ਮਿਲਣ ਹੀ ਨਹੀਂ ਆਇਆ, ਕੋਈ ਮੇਰੀ ਵਡਿਆਈ ਕਰਨ ਨਹੀਂ ਆਇਆ। ਇਹ ਸਾਧ ਸੰਗਤ ਜੀ ਮਹਾਰਾਜ ਨੇ ਸੰਗਤ ਸਾਜੀ ਹੈ ਜਿੱਥੇ ਨਿਮਰਤਾ ਦੇ ਨਾਲ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ। ਇੱਥੇ ਆ ਕਰਕੇ ਇੱਕ ਦੂ ਇੱਕ ਝੜੰਦੀਆਂ ਕੌਣ ਜਾਣਾ ਮੇਰਾ ਨਾਉ ਜੀਓ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਐ ਕਿ ਜਦੋਂ ਸੰਗਤ ਕਰੀਏ, ਨਾਮ ਦਾ ਪ੍ਰਸਾਦ ਗ੍ਰਹਿਣ ਕਰੀਏ, ਨਾਮ ਦੀ ਮਹਿਮਾ ਸੁਣੀਏ ਤੇ ਇਕਾਂਤ ਚਿੱਤ ਹੋ ਕੇ ਜਪੀਏ ਵੀ। ਅੰਮ੍ਰਿਤ ਵੇਲੇ ਇਕਾਂਤ ਚਿੱਤ ਹੋ ਕੇ ਭਜਨ ਦਾ ਰਸ ਵੀ ਲਈਏ, ਸੁਰਤ ਸ਼ਬਦ ਵਿੱਚ ਜੋੜੀਏ। ਤੇ ਜਦੋਂ ਸੰਗਤ ਕਰੀਏ ਉਦੋਂ ਵੀ ਸੁਰਤ ਸ਼ਬਦ ਵਿੱਚ ਜੋੜੀਏ, ਕੀਰਤਨ ਸੁਣੀਏ ਤਾਂ ਵੀ ਸੁਰਤ ਸ਼ਬਦ ਵਿੱਚ ਜੁੜੇ। ਤਾਂ ਕਰਕੇ ਸੰਗਤ ਹੁੰਦੀ ਹੈ। ਸਰੀਰ ਕਰਕੇ ਜੇ ਆਪਾਂ ਬੈਠੇ ਆ ਤੇ ਸੁਰਤ ਸਾਡੀ ਨਹੀਂ ਸ਼ਬਦ ਵਿੱਚ ਲੱਗਦੀ, ਫਿਰ ਸੰਗਤ ਨਹੀਂ ਹੁੰਦੀ। ਤਾਂ ਮਹਾਰਾਜ ਦੱਸਦੇ ਹਨ ਸਿਮਰਨ ਕਿੱਥੋਂ ਮਿਲਦਾ ਏ? ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ ਵਿੱਚੋਂ ਭਾਈ ਸਿਮਰਨ ਜਿਹੜਾ ਨਾ ਨਾਮ ਇਹ ਗੁਰਸਿੱਖੋ ਪ੍ਰਾਪਤ ਹੁੰਦਾ ਏ। ਸਰਬ ਨਿਧਾਨ ਨਾਨਕ ਹਰਿ ਰੰਗ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਐ ਕਿ ਜਿਨ੍ਹਾਂ ਨੂੰ ਹਰੀ ਦਾ ਰੰਗ ਪ੍ਰੇਮ ਲੱਗ ਗਿਆ ਨਾ, ਸਰਬ ਨਿਧਾਨ ਉਹਨਾਂ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ, ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਐ। ਜਿਨ੍ਹਾਂ ਨੂੰ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਿਮਰਨ ਭਾਈ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਦਾ ਪਿਆਰ ਲੱਗਣਾ ਬਹੁਤ ਅਦੁੱਤੀ ਸਾਧ ਸੰਗਤ ਜੀ ਇਹ ਦਾਤ ਹੈ। ਜਦੋਂ ਨਾਮ ਦੀ ਪ੍ਰੀਤ ਲੱਗ ਜਾਵੇ ਫਿਰ ਹੌਲੀ ਹੌਲੀ ਰਸਨਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਇਹੋ ਜੀ ਬਰਕਤ ਦਿੰਦੇ ਐ, ਕਿਰਪਾ ਕਰਦੇ ਐ ਕਿ ਗਲੇ ਤੋਂ ਕੰਠ ਤੋਂ ਉਤਰਦਿਆਂ ਇਹਦਾ ਆਨੰਦ ਤੇ ਰਸ ਸ਼ੁਰੂ ਹੋ ਜਾਂਦਾ ਹੈ। ਇੰਨੀ ਤੀਬਰਤਾ ਨਾਲ ਗੁਰਸਿੱਖੀ ਦੀ ਕਮਾਈ ਕਰਦੇ ਐ, ਰੋਮ ਰੋਮ ਭਜਨ ਕਰਨ ਲੱਗ ਜਾਂਦਾ ਹੈ। ਫਿਰ ਵੀ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ ਥੋੜਾ ਹੈ, ਹੋਰ ਜਪੀਏ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਥੋੜਾ ਮਾਤਰ ਅੱਖ ਲੱਗਣ ਦੇ ਨਾਲ ਕਿ ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਇਹ ਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਕਬੀਰ ਜੀ ਦੀ ਥੋੜੀ, ਵਾਹਿਗੁਰੂ ਫਰੀਦ ਜੀ ਦੀ ਥੋੜੀ ਅੱਖ ਲੱਗੀ ਸੀਗੀ ਤੇ ਕੀੜਾ ਜਦੋਂ ਆ ਕੇ ਡੰਗ ਮਾਰਿਆ, ਕੀੜੇ ਨੇ ਜਾਗ ਆ ਗਈ ਉਹਦੇ ਲੜਨ ਕਰਕੇ। ਕਹਿੰਦੇ ਮੈਨੂੰ ਤਾਂ ਅੱਲਾ ਇਉਂ ਲੱਗਾ ਤੇਰੇ ਨਾਮ ਨੂੰ ਵਿਸਾਰ ਕੇ ਜਿਵੇਂ ਮੈਂ ਕਈ ਜੋਗੀ ਬਤੀਤ ਕਰ ਦਿੱਤੇ। ਥੋੜਾ ਸਮਾਂ ਵੀ ਵਾਹਿਗੁਰੂ ਦੇ ਨਾਮ ਨੂੰ ਨਹੀਂ ਵਿਸਾਰਦੇ, ਇੱਕ ਸਾਹ ਵੀ ਆਪਣਾ ਬਿਰਥਾ ਨਹੀਂ ਜਾਣ ਦਿੰਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰਬ ਨਿਧਾਨ, ਸਾਰੇ ਨਿਧਾਨ ਖਜ਼ਾਨੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਆ। ਕਿਸ ਤਰ੍ਹਾਂ? ਹਰ ਰੰਗ, ਵਾਹਿਗੁਰੂ ਦੇ ਪਿਆਰ ਰੰਗ ਨਾਲ। ਵਾਹਿਗੁਰੂ ਦੇ ਪਿਆਰ ਲੱਗਣੇ ਕਰਕੇ ਕੋਈ ਵੀ ਚੀਜ਼ ਉਹਨਾਂ ਕੋ ਪਰਮੇਸ਼ਰ ਦੀ ਅਦੇ ਨਹੀਂ ਰਹਿੰਦੀ। ਸਾਰਾ ਕੁਛ ਹੀ ਮਹਾਰਾਜ ਉਹਨਾਂ ਨੂੰ ਖਜ਼ਾਨੇ ਜਿਹੜੇ ਐ ਉਹ ਬਖਸ਼ਿਸ਼ ਕਰ ਦਿੰਦੇ ਐ। ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ 2 ਪੌੜੀਆਂ ਸਾਧ ਸੰਗਤ ਜੀ ਅੱਜ ਹੋਈਆਂ। ਸਤਿਗੁਰੂ ਜੀ ਕਿਰਪਾ ਕਰਨ, ਗਰੀਬ ਨਵਾਜ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਰੰਗ, ਨਾਮ ਦਾ ਪ੍ਰੇਮ ਸਾਨੂੰ ਪ੍ਰਾਪਤ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਸਾਡਾ ਵੀ ਇਹ ਮਨੁੱਖਾ ਜਨਮ ਸਫਲ ਬਣ ਜਾਵੇ। ਇਹ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਸਿਮਰਨ ਦਾ ਕਿਣਕਾ ਪ੍ਰਾਪਤ ਹੋਵੇ। ਮਨ ਕਰਕੇ ਸੱਚੇ ਪਾਤਸ਼ਾਹ ਅਸੀਂ ਵੀ ਬਾਣੀ ਕਰਕੇ
शरीर करके जिवें महाराज आख्या ना सिमरो सिमर सिमर सुख पावो, मन करके बाणी करके शरीर करके गुरसिखो सिमरो, चेते करो फिर आत्मक आनंद दे सुख नूं पावोगे। महाराज कृपा करो साडे ते, बाणी करके असीं सिमरन विच लग जाइए, मन करके लग जाइए, शरीर करके लग जाइए, ताकि असीं भी आत्मक आनंद दे सुख नूं पा करके निहाल होइए। होइयां भुल्लां बख्श लैणियां जी। प्रभ का सिमरन साध कै संग, सर्ब निधान नानक हर रंग। वाहिगुरु जी का खालसा, वाहिगुरु जी की फतेह। अच्युत